ਲੇਵੀਆਂ ਦੀ ਪੋਥੀ ਦਾ ਅਸੀਂ ਕੱਲ ਤੀਸਰਾ ਭਾਵ ਪੜ੍ਹਿਆ ਸੀ। ਉਸਨੂੰ ਅਸੀਂ ਇੱਕ ਤਰੀਕੇ ਦੇ ਨਾਲ ਕੱਲ ਦੇਖਿਆ ਸੀ। ਅੱਜ ਇਸੇ ਪੋਥੇ ਨੂੰ ਅਸੀਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਦੇਖਾਂਗੇ। ਪਰ ਉਹਦੇ ਲਈ ਸਾਨੂੰ ਲੇਵੀਆਂ ਦੇ 7ਵੇਂ ਭਾਵ ਦੇ ਵਿੱਚ ਅੱਜ ਜਾਣਾ ਪੈਣਾ। ਕਿਉਂਕਿ ਜਿਹੜਾ ਲੇਵੀਆਂ ਦਾ ਤੀਸਰਾ ਭਾਵ ਤੇ 7ਵਾਂ ਭਾਵ ਇਹ ਆਪਸ ਦੇ ਵਿੱਚ ਦੋਨੇ ਰਲ ਗਏ। ਇੱਥੇ ਆ ਕੇ ਇਸ ਨੂੰ ਖੋਲਿਆ ਗਿਆ ਔਰ ਇੱਥੋਂ ਅਸੀਂ ਅੱਜ ਦੋ ਚੀਜ਼ਾਂ ਲੈ ਕੇ ਨਿਕਲਣਾ। ਜਿਹੜੀਆਂ ਚੀਜ਼ਾਂ ਵੇਦੀ ਤੇ ਚੜਾਈਆਂ ਜਾ ਰਹੀਆਂ ਉਹ ਕਿਉਂ ਚੜਾਈਆਂ ਜਾ ਰਹੀਆਂ, ਔਰ ਜਿਹੜੀਆਂ ਚੀਜ਼ਾਂ ਪੁਰੋਤਾਂ ਨੂੰ ਦਿੱਤੀਆਂ ਜਾ ਰਹੀਆਂ ਉਹ ਕਿਉਂ ਦਿੱਤੀਆਂ ਜਾ ਰਹੀਆਂ। ਕਿਉਂਕਿ ਇਹਨਾਂ ਬਲੀਆਂ ਦੇ ਵਿੱਚ ਬਹੁਤ ਹੀ ਭਾਰਾ ਜਵਾਬ ਸਾਨੂੰ ਮਿਲਦਾ ਪਿਆ। ਪ੍ਰਭੂ ਨੇ ਕਿਉਂ ਕਿਹਾ ਕਿ ਜਿਹੜੀ ਕਲੇਜੀ ਆ ਉਸਨੂੰ ਜਿਹੜਾ ਕਲੇਜੀ ਨੂੰ ਪੂਰੀ ਦੀ ਪੂਰੀ ਤੁਸੀਂ ਚੜਾ ਦਿਓ। ਉਹਨਾਂ ਨੂੰ ਕਲੇਜੀ ਖਾਣ ਦਾ ਹੁਕਮ ਨਹੀਂ। ਔਰ ਇਸੇ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ ਇਹ ਕਿਹਾ ਕਿ ਜਿਹੜੀਆਂ ਇਸ ਜਾਨਵਰ ਦੀਆਂ ਕਿਡਨੀਆਂ ਆ ਉਹਨਾਂ ਨੂੰ ਵੀ ਪੂਰੇ ਦਾ ਪੂਰਾ ਚੜਾ ਦਿਓ। ਔਰ ਇੱਥੇ ਤੱਕ ਕਿ ਭੇਡ ਦੀ ਪੂਛ ਨੂੰ ਵੀ ਕਿਹਾ ਕਿ ਉਸਨੂੰ ਪੂਰੇ ਦਾ ਪੂਰਾ ਚੜਾ ਦਿਓ। ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਦੇਖਾਂਗੇ। ਸੋ ਮੇਰੇ ਨਾਲ ਆਓ ਅਸੀਂ ਪਹਿਲਾਂ 7ਵੇਂ ਭਾਵ ਦੀਆਂ ਪਹਿਲੀਆਂ 10 ਆਇਤਾਂ ਦੇਖਾਂਗੇ, ਜਿਸ ਨੂੰ ਮੈਂ ਪੜ੍ਹ ਦੇਣੀ ਬਸ ਜੀ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਅਪਰਾਧ ਬਲੀ ਜੋ ਅਤ ਪਵਿੱਤਰ ਹੈ ਦੀ ਵਿਧੀ ਇਹ ਹੈ, ਹੋਮ ਬਲੀ ਦੀ ਥਾਂ ਤੇ ਇਹ ਅਪਰਾਧ ਬਲੀ ਕੱਟੀ ਜਾਵੇ ਅਤੇ ਉਸ ਦਾ ਲਹੂ ਬੇਦੀ ਦੇ ਚਾਰੇ ਪਾਸੇ ਸੁੱਟਿਆ ਜਾਵੇ। ਇਸ ਦੀ ਸਾਰੀ ਚਰਬੀ, ਪੂਛ ਉਤਲੀ, ਆਂਦਰਾਂ ਉਤਲੀ ਚਰਬੀ, ਗੁਰਦਿਆਂ ਉਤਲੀ ਚਰਬੀ ਅਤੇ ਕਲੇਜੇ ਉਤਲੀ ਝਿੱਲੀ ਨੂੰ ਪੁਰੋਹਿਤ ਲੈ ਕੇ ਅੱਗ ਦੇ ਦੁਆਰਾ ਅਪਰਾਧ ਬਲੀ ਕਰਕੇ ਵੇਦੀ ਉੱਤੇ ਸਾੜ ਦੇਵੇ। ਇਸ ਬਲੀ ਵਿੱਚੋਂ ਕੇਵਲ ਪੁਰੋਹਿਤ ਘਰਾਣੇ ਦੇ ਆਦਮੀ ਹੀ ਖਾ ਸਕਦੇ ਹਨ, ਪਰ ਉਹ ਇਸ ਨੂੰ ਪਵਿੱਤਰ ਥਾਂ ਦੇ ਵਿਹੜੇ ਵਿੱਚ ਬੈਠ ਕੇ ਹੀ ਖਾਣ, ਕਿਉਂਕਿ ਇਹ ਅਤ ਪਵਿੱਤਰ ਹੈ। ਪਾਪ ਬਲੀ ਅਤੇ ਅਪਰਾਧ ਬਲੀ ਦੇ ਸੰਬੰਧ ਵਿੱਚ ਇਹ ਇੱਕ ਸਾਂਝਾ ਨਿਯਮ ਹੈ। ਬਲੀ ਦਾ ਮਾਂਸ ਅਤੇ ਚਮੜਾ ਅਤੇ ਅਨਾਜ ਦੀ ਭੇਂਟ ਦਾ ਬਚਿਆ ਮੈਦਾ ਜੋ ਤੰਦੂਰ ਵਿੱਚ ਜਾਂ ਤਵੇ ਉੱਤੇ ਜਾਂ ਕੜਾਹੀ ਵਿੱਚ ਪਕਾਈ ਹੋਵੇ, ਚਾਹੇ ਉਹ ਸੁੱਕੀ ਹੋਵੇ ਜਾਂ ਉਸ ਵਿੱਚ ਤੇਲ ਮਲਿਆ ਹੋਵੇ, ਉਹ ਸਭ ਬਲੀ ਚੜਾਉਣ ਵਾਲੇ ਹਾਰੂਨ ਵੰਸ਼ੀ ਪੁਰੋਹਿਤਾਂ ਦਾ ਹੈ। ਇਸ ਲਈ ਉਹ ਆਪੋ ਵਿੱਚ ਇਸ ਨੂੰ ਵੰਡ ਸਕਦੇ ਹਨ। ਆਮੀਨ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਇਹਨਾਂ ਪੁਰੋਹਿਤਾਂ ਦੇ ਕੋਲ, ਜਿਨ੍ਹਾਂ ਨੂੰ ਪ੍ਰਭੂ ਨੇ ਇੱਕ ਪਾਸੇ ਵੱਖਰਾ ਕੀਤਾ ਹੈ, ਇਹਨਾਂ ਦੇ ਕੋਲ ਕੋਈ ਜ਼ਮੀਨ ਨਹੀਂ ਜਿਹੜੀ ਇਹ ਪਾਉਂਦੇ ਪਏ ਆ। ਇਹਨਾਂ ਦਾ ਸਾਰਾ ਜਿਹੜਾ ਪ੍ਰਭੂ ਨੇ ਸਾਰੀ ਕੌਮ ਨੂੰ ਇੱਕ ਦੂਸਰੇ ਦਾ ਆਸਰਾ ਬਣਾਇਆ। ਔਰ ਇਹਦੇ ਵਿੱਚ ਬਹੁਤ ਵੱਡੀ ਇੱਕ ਚੀਜ਼ ਸੀ, ਕਿਉਂਕਿ ਜਿਹੜੇ ਦੂਜੀਆਂ ਕੌਮਾਂ ਦੇ ਵਿੱਚ ਜਿਹੜੇ ਪੁਰੋਹਿਤ ਹੁੰਦੇ ਸੀ, ਜਿੱਥੇ ਇਹ ਜਾ ਰਹੇ ਆ, ਤੇ ਉਹ ਮੰਦਿਰਾਂ ਦੇ ਮਾਲਕ ਹੁੰਦੇ ਸੀ। ਇੱਕ ਅਧਿਕਾਰੀ ਦੇ ਥੱਲੇ ਕਈ ਮੰਦਿਰ ਹੁੰਦੇ ਸੀ। ਉੱਥੇ ਜਿਹੜੀ ਚੜਾਵਤ ਚੜ੍ਹਦੀ ਸੀ ਉਹ ਇੱਕ ਡਰ ਦੇ ਰੂਪ ਦੇ ਵਿੱਚ ਚੜਾਈ ਜਾਂਦੀ ਸੀ। ਉੱਥੇ ਲੋਕ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਥੋੜ੍ਹੀਆਂ ਜਿਹੀਆਂ ਚੀਜ਼ਾਂ, ਉਹ ਮੰਦਿਰ ਦੇ ਵਿੱਚ ਜਾ ਕੇ ਸੁਖਣਾ ਸੁੱਖਦੇ ਹੁੰਦੇ ਸੀਗੇ ਕਿ ਇਹ ਮੇਰੇ ਕੋਲ 100 ਸੋਨੇ ਦੇ ਸਿੱਕੇ ਆ, ਇਸ ਦੇ ਵਿੱਚੋਂ ਮੈਂ ਇੱਕ ਅੱਜ ਚੜਾਉਣ ਲੱਗਾ, ਔਰ ਮੇਰੀ ਆਹਾ ਇੱਛਾ ਆ, ਜਿੱਦਾਂ ਮੇਰੀ ਇੱਛਾ ਪੂਰੀ ਹੁੰਦੀ ਜਾਊਗੀ ਮੈਂ ਉਸ ਤੋਂ ਬਾਅਦ ਅਗਲਾ ਸਿੱਕਾ ਤੇਰੇ ਕੋਲ ਚੜਾਉਂਦਾ ਜਾਊਂਗਾ, ਜਾਂ ਆ ਮੇਰੇ ਕੋਲ ਚਾਂਦੀ ਦੇ ਸਿੱਕੇ ਆ, ਜਾਂ ਮੇਰੇ ਕੋਲ ਇਹ ਤਾਂਬੇ ਦੇ ਸਿੱਕੇ ਆ। ਉਹਨਾਂ ਦੀਆਂ ਸੁੱਖਣਾ ਇੱਕ ਤਰ੍ਹਾਂ ਦਾ ਪਰਮੇਸ਼ਵਰ ਦੇ ਨਾਲ ਸੌਦੇਬਾਜ਼ੀ ਹੁੰਦੀ ਸੀ। ਫਿਰ ਉਹ ਲੋਕਾਂ ਨੂੰ ਡਰਾ ਕੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਾਉਂਦੇ ਸੀ, ਜਾਂ ਉਹ ਲੋਕਾਂ ਨੂੰ ਉਹਨਾਂ ਨੇ ਏਦਾਂ ਦੀਆਂ ਲੜਕੀਆਂ ਰੱਖੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਦੇ ਕੋਲੋਂ ਉਹ ਮੰਦਿਰ ਦੇ ਵਿੱਚ ਵੈਸ਼ਵਾਗਿਰੀ ਕਰਾਉਂਦੇ ਸੀ, ਔਰ ਉਸ ਤਰੀਕੇ ਦੇ ਨਾਲ ਉਹ ਉਸ ਮੰਦਿਰ ਦੀ ਕਮਾਈ ਨੂੰ ਚਲਾਉਂਦੇ ਪਏ ਸੀ। ਤੀਸਰਾ, ਉਹਨਾਂ ਨੇ ਪੁੱਛਾਂ ਦੇਣ ਵਾਲੇ ਰੱਖੇ ਹੁੰਦੇ ਸੀ ਮੰਦਿਰ ਦੇ ਵਿੱਚ, ਔਰ ਉਹਨਾਂ ਦੇ ਰਾਹੀਂ ਉਹ ਆਪਣੀ ਕਮਾਈ ਕਰਦੇ ਪਏ ਸੀ। ਪਰ ਪ੍ਰਭੂ ਨੇ ਇਹ ਕੰਮ ਇੱਕ ਵਾਰੀ ਬਿਲਕੁਲ ਵੱਖਰਾ ਕਰ ਦਿੱਤਾ। ਉਸਨੇ ਕਿਹਾ ਕਿ ਇਹ ਕੰਮ ਤੁਹਾਡੇ ਵਿੱਚ ਨਹੀਂ ਹੋਣਗੇ, ਔਰ
ਪ੍ਰੋਹਤ ਦਾ ਜਿਹੜਾ ਕੰਮ ਆ, ਇਸ ਆ ਜਿਹੜਾ ਤੁਹਾਡੇ 10 ਕਬੀਲਿਆਂ ਦੇ ਵਿੱਚ 12 ਕਬੀਲਿਆਂ ਚੋਂ ਆਹ ਕਬੀਲਾ ਮੈਂ ਬਾਹਰ ਕੱਢ ਲਿਆ, ਇਸ ਨੂੰ ਜਗ੍ਹਾ ਜਗ੍ਹਾ ਦੇ ਵਿੱਚ ਮੈਂ ਖਿਲਾਰ ਦਊਂਗਾ ਔਰ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੋਊਗੀ ਕਿ ਕੋਈ ਕਿਸੇ ਪਿੰਡ ਦਾ ਅਧਿਕਾਰੀ, ਕੋਈ ਇਸ ਪਿੰਡ ਦਾ ਅਧਿਕਾਰੀ, ਕੋਈ ਉਸ ਪਿੰਡ ਦਾ ਅਧਿਕਾਰੀ ਪ੍ਰਭੂ ਦੀਆਂ ਲੋਕਾਂ ਨੂੰ ਪ੍ਰਭੂ ਦੇ ਉੱਤੇ ਵਿੱਚ ਬਣਾ ਕੇ ਰੱਖਣਾ। ਸੋ ਉਹਨਾਂ ਨੇ ਸਾਰੀ ਨੇਸ਼ਨ ਦੇ 72 ਹਿੱਸੇ ਕੀਤੇ ਹੋ ਸੀ, 70 ਹਿੱਸੇ ਕੀਤੇ ਹੋ ਸੀ ਔਰ ਉਹਨਾਂ 70 ਹਿੱਸਿਆਂ ਦੇ ਵਿੱਚ ਜਿੰਨਾ ਉਹਨਾਂ ਨੂੰ ਚਾਹੀਦਾ ਸੀ, ਜਿੰਨੇ ਪ੍ਰੋਹਤ ਉੱਥੇ ਚਾਹੀਦੇ ਸੀ, ਉਹਦੇ ਹਿਸਾਬ ਦੇ ਨਾਲ ਲੇਵੀ ਉੱਥੇ ਘੱਲੇ ਜਾਂਦੇ ਸੀ ਔਰ ਉਹ ਲੋਕਾਂ ਨੂੰ ਪ੍ਰਭੂ ਦੇ ਰਾਹ ਦੇ ਉੱਤੇ ਰੱਖਦੇ ਸੀ। ਇਹ ਉਹਨਾਂ ਦੀ ਜ਼ਿੰਮੇਵਾਰੀ ਸੀ। ਲੇਕਿਨ ਪ੍ਰਭੂ ਦੇ ਜਿਹੜੇ ਬਾਕੀ ਦੇ ਜਿਹੜੇ ਲੋਕ ਹੁੰਦੇ ਸੀ, ਉਹ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਸੀ। ਹੁਣ ਇੱਥੇ ਅਸੀਂ ਇਹ ਦੇਖਣਾ ਪ੍ਰਭੂ ਕਿਸ ਤਰ੍ਹਾਂ ਕਰਦਾ ਪਿਆ। ਸੋ ਸਭ ਤੋਂ ਪਹਿਲਾਂ ਅਸੀਂ ਪਾਪ ਦੀ ਇੱਕ ਬਲੀ ਦੇਖੀ ਜਿਹੜੀ ਉਹਨਾਂ ਨੇ ਚੜਾਈ, ਪਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬਲੀ ਆ ਇਹ ਮੰਦਿਰ ਦੇ ਅੰਦਰ ਹੀ ਖਾਣੀ ਆ, ਉਹਨਾਂ ਨੂੰ ਅਗਲੇ ਦਿਨ ਦੇ ਲਈ ਨਹੀਂ ਰੱਖਣੀ, ਅਗਲੇ ਦਿਨ ਦੇ ਲਈ ਨਹੀਂ ਰੱਖਣੀ ਔਰ ਉਸ ਨੂੰ ਚੜਾ ਦਿੱਤਾ ਜਾਵੇ ਔਰ ਅਗਲੇ ਦਿਨ ਤੱਕ ਜੋ ਉਹਨਾਂ ਨੇ ਖਾ ਲਿਆ, ਬਾਕੀ ਦਾ ਜਿਹੜਾ ਬਚ ਗਿਆ ਉਸ ਨੂੰ ਬਲੀ ਦੇ ਉੱਤੇ ਉਸੇ ਥਾਂ ਤੇ ਸਾੜ ਦਿੱਤਾ ਜਾਏ। ਸੋ ਹੁਣ ਅਸੀਂ ਅੱਗੇ ਦੇਖਾਂਗੇ ਜਿਹੜੀਆਂ ਅਸੀਂ ਪਿੱਛੇ ਮੇਲ ਦੀਆਂ ਬਲੀਆਂ, ਮੇਲ ਦਾ ਮਤਲਬ ਹੁੰਦਾ ਮੇਲ ਮਿਲਾਪ, ਪ੍ਰਭੂ ਦੇ ਨਾਲ ਫੈਲੋਸ਼ਿਪ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿਹੜੇ ਲੋਕ ਜਾਂਦੇ ਸੀ ਔਰ ਜ਼ਿਆਦੀਆਂ ਬਲੀਆਂ ਜਿਹੜੀਆਂ ਹੈਗੀਆਂ ਉਹ ਖੁਸ਼ੀ ਦੀਆਂ ਬਲੀਆਂ ਆ। ਉਹ ਇਸ ਕਰਕੇ ਨਹੀਂ ਕਿ ਉਹਨਾਂ ਦੇ ਗਲ 'ਚ ਗੁੱਠੂ ਦਿੱਤਾ ਹੈ ਪ੍ਰਭੂ ਨੇ ਕਿ ਤੈਨੂੰ ਦੇਣੀਆਂ ਪੈਣੀਆਂ, ਨਹੀਂ, ਲੋਕ ਉੱਥੇ ਜਾਂਦੇ ਆ ਆਪਣੀ ਖੁਸ਼ੀ ਦੇ ਨਾਲ ਬਲੀ ਚੜਾਉਣ ਜਾਂਦੇ ਆ ਔਰ ਇਹ ਨਹੀਂ ਕਿ ਜਿਸਲੇ ਜਾਨਵਰ ਦੇ ਸਿਰ ਦੇ ਉੱਤੇ ਹੱਥ ਰੱਖਿਆ ਤਾਂ ਬੰਦਾ ਇਹ ਕਹਿੰਦਾ ਕਿ ਪ੍ਰਭੂ ਮੇਰੇ ਪਾਪਾਂ ਨੂੰ ਤੂੰ ਲੈ ਲਾ। ਨਹੀਂ, ਉਹ ਕਹਿੰਦਾ ਕਿ ਪ੍ਰਭੂ ਮੈਂ ਇਹ ਇਸ ਕਰਕੇ ਲੈ ਕੇ ਆਇਆ ਕਿ ਤੂੰ ਸਾਨੂੰ ਬਹੁਤ ਕੁਛ ਦਿੱਤਾ, ਤੂੰ ਮੈਨੂੰ ਬੱਚੇ ਦਿੱਤੇ, ਤੂੰ ਮੈਨੂੰ ਇੱਥੇ ਤੱਕ ਤੂੰ ਸੰਭਾਲ ਕੇ ਲੈ ਕੇ ਆਇਆ, ਤੂੰ ਸਾਨੂੰ ਆਜ਼ਾਦੀ ਦਿੱਤੀ। ਖੁਸ਼ੀ ਦੀਆਂ ਬਲੀਆਂ, ਇਹ ਬਲੀਆਂ ਲੋਕ ਦਿੰਦੇ ਸੀਗੇ। ਸੋ ਹੁਣ ਆਓ ਇੱਥੇ ਅਸੀਂ ਪਹਿਲਾ ਕਾਰਨ ਦੇਖੀਏ ਇਹਨਾਂ ਬਲੀਆਂ ਦਾ ਔਰ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਜਾਈਏ ਜਿਹੜੀਆਂ ਚੀਜ਼ਾਂ ਸਾੜੀਆਂ ਜਾ ਰਹੀਆਂ, ਕਿਉਂ ਸਾੜੀਆਂ ਜਾ ਰਹੀਆਂ, ਉਸ ਦੇ ਪਿੱਛੇ ਇੱਕ ਕਾਰਨ। ਸੋ ਆਓ ਦੇਖੀਏ। ਹੁਣ ਅਸੀਂ 11 ਆਇਤ ਤੋਂ ਲੈ ਕੇ 11 ਆਇਤ ਤੋਂ ਲੈ ਕੇ 21 ਆਇਤ ਤੱਕ ਅਸੀਂ ਦੇਖਾਂਗੇ। ਹਾਂਜੀ, ਮੈਂ ਪੜ੍ਹ ਦਿੰਦੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੇਲ ਦੀ ਭੇਂਟ ਜੋ ਪ੍ਰਭੂ ਅੱਗੇ ਚੜਾਈ ਜਾਵੇ ਉਸ ਦੀ ਵਿਧੀ ਇਹ ਹੈ, ਜੇਕਰ ਇਹ ਭੇਂਟ ਧੰਨਵਾਦੀ ਭੇਂਟ ਹੈ ਤਾਂ ਭੇਂਟ ਚੜਾਉਣ ਵਾਲਾ ਤੇਲ ਵਿੱਚ ਗੁੰਨ ਕੇ ਬਣਾਏ ਹੋਏ ਫੁਲਕੇ ਜਾਂ ਤੇਲ ਵਿੱਚ ਤਲੀ ਅਖਮੀਰੀ ਮੱਠੀਆਂ ਜਾਂ ਪੂੜੀਆਂ ਲਿਆਏ। ਉਹ ਆਪਣੀ ਭੇਂਟ ਨਾਲ ਅਖਮੀਰੀ ਰੋਟੀ ਵੀ ਚੜਾਵੇ। ਪੁਰੋਹਿਤ ਹਰ ਭੇਂਟ ਵਿੱਚੋਂ ਇੱਕ ਰੋਟੀ ਲੈ ਕੇ ਪ੍ਰਭੂ ਸਾਹਮਣੇ ਭੇਂਟ ਕਰੇ। ਇਹ ਭੇਂਟ ਉਸ ਪੁਰੋਹਿਤ ਦੀ ਹੋਵੇਗੀ ਜੋ ਮੇਲ ਦੀ ਬਲੀ ਦਾ ਲਹੂ ਛਿੜਕਦਾ ਹੈ। ਧੰਨਵਾਦੀ ਬਲੀ ਦਾ ਮਾਸ ਉਸੇ ਦਿਨ ਖਾਧਾ ਜਾਵੇ, ਉਹ ਅਗਲੀ ਸਵੇਰ ਤੱਕ ਪਿੱਛੇ ਨਾ ਰੱਖਿਆ ਜਾਵੇ। ਪਰ ਜੇਕਰ ਉਹ ਬਲੀ ਸੁੱਖਣਾ ਦੇ ਤੌਰ ਤੇ ਹੈ ਜਾਂ ਮਨ ਦੀ ਖੁਸ਼ੀ ਕਾਰਨ ਹੈ ਤਾਂ ਉਸ ਦਾ ਮਾਸ ਜਿਸ ਦਿਨ ਇਹ ਚੜਾਈ ਗਈ ਹੈ ਖਾਧਾ ਜਾਵੇ, ਪਰ ਬਚਿਆ ਮਾਸ ਅਗਲੇ ਦਿਨ ਵੀ ਖਾਧਾ ਜਾ ਸਕਦਾ ਹੈ। ਪਰ ਜੇਕਰ ਉਸ ਮਾਸ ਵਿੱਚੋਂ ਕੁਝ ਦਿਨ ਤੱਕ ਬਚ ਗਿਆ ਹੈ ਤਾਂ ਉਹ ਸਾੜ ਦਿੱਤਾ ਜਾਵੇ। ਜੇਕਰ ਮੇਲ ਦੀ ਭੇਂਟ ਦਾ ਮਾਸ ਤੀਜੇ ਦਿਨ ਖਾਧਾ ਜਾਵੇਗਾ ਤਾਂ ਉਹ ਭੇਂਟ ਸਵੀਕਾਰ ਨਹੀਂ ਹੋਵੇਗੀ ਅਤੇ ਨਾ ਹੀ ਚੜਾਉਣ ਵਾਲੇ ਦੇ ਲੇਖੇ ਵਿੱਚ ਗਿਣੀ ਜਾਵੇਗੀ। ਇਹ ਭ੍ਰਸ਼ਟ ਹੋ ਜਾਵੇਗੀ ਅਤੇ ਖਾਣ ਵਾਲਾ ਅਪਰਾਧੀ ਠਹਿਰੇਗਾ। ਜੇਕਰ ਉਹ ਮਾਸ ਕਿਸੇ ਅਪਵਿੱਤਰ ਚੀਜ਼ ਨੂੰ ਛੂਹ ਜਾਵੇ ਤਾਂ ਉਹ ਸਾੜ ਦਿੱਤੀ ਜਾਵੇ। ਇਹ ਮਾਸ ਨੂੰ ਕੇਵਲ ਪਵਿੱਤਰ ਲੋਕ ਹੀ ਖਾਣ, ਪਰ ਜੇਕਰ ਕੋਈ ਅਪਵਿੱਤਰ ਮਨੁੱਖ ਇਸ ਮਾਸ ਨੂੰ ਖਾਵੇ ਤਾਂ ਉਸ ਨੂੰ ਪ੍ਰਭੂ ਦੇ ਲੇਖੇ ਵਿੱਚੋਂ ਛੇਕ ਦਿੱਤਾ ਜਾਵੇ। ਇਸੇ ਤਰ੍ਹਾਂ ਜੇਕਰ ਕੋਈ ਮਨੁੱਖ ਕਿਸੇ ਪਵਿੱਤਰ ਵਸਤੂ, ਚਾਹੇ ਉਹ ਮਨੁੱਖੀ ਵਸਤੂ ਹੋਵੇ ਜਾਂ ਕਿਸੇ ਜਾਨਵਰ ਨਾਲ ਸੰਬੰਧ ਰੱਖਦੀ ਹੋਵੇ, ਨੂੰ ਛੂਹ ਜਾਵੇ ਅਤੇ ਉਹ ਇਸ ਮਾਸ ਨੂੰ ਖਾਵੇ ਤਾਂ ਉਸ ਵੀ ਪ੍ਰਭੂ ਦੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਸੋ ਅਸੀਂ ਜਿਸਲੇ ਇਸ ਹਿੱਸੇ ਨੂੰ ਦੇਖਦੇ ਹਾਂ, ਇੱਥੇ ਪਵਿੱਤਰਤਾ ਕਾਇਮ ਰੱਖੀ ਗਈ, ਇੱਥੇ ਹੁਕਮ ਦਿੱਤੇ ਗਏ, ਕਿਉਂਕਿ ਜਿੱਥੋਂ ਉਹ ਆਏ ਆ ਉੱਥੇ ਜਿਹੜਾ ਬਲੀ ਦਾ ਜਿਹੜਾ ਮਾਸ ਹੁੰਦਾ ਸੀ ਉਸ ਦੀ ਦੁਕਾਨ ਲੱਗਦੀ ਸੀ। ਜਿੰਨੀਆਂ ਬਲੀਆਂ ਚੜ੍ਹਦੀਆਂ ਸੀ
ਉਹ ਜਿਹੜੇ ਉਸ ਮੰਦਿਰ ਦੇ ਪੁਜਾਰੀ ਹੁੰਦੇ ਸੀ, ਬਾਹਰ ਉਹਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ, ਉੱਥੇ ਵੇਚਿਆ ਜਾਂਦਾ ਸੀ ਔਰ ਲੋਕ ਉੱਥੇ ਉਹਨਾਂ ਨੂੰ ਉਹੀ ਮਾਸ ਮਿਲਦਾ ਸੀ, ਹੋਰ ਕੋਈ ਨਹੀਂ। ਮੰਦਿਰ ਦੇ ਜਿਹੜੇ ਓਨਰ ਹੁੰਦੇ ਸੀਗੇ, ਉਹਨਾਂ ਦੀਆਂ ਮੀਟ ਦੀਆਂ ਦੁਕਾਨਾਂ ਹੁੰਦੀਆਂ ਸੀ, ਉਹੀ ਉਹਨਾਂ ਚੀਜ਼ਾਂ ਨੂੰ ਵੇਚਦੇ ਹੁੰਦੇ ਸੀ ਔਰ ਉਹਨਾਂ ਚੀਜ਼ਾਂ ਦੀ ਕਮਾਈ ਉਹਨਾਂ ਨੂੰ ਮਿਲਦੀ ਸੀ ਔਰ ਬਹੁਤ ਮੋਟੀ ਕਮਾਈ ਹੁੰਦੀ ਸੀ। ਲੇਕਿਨ ਪ੍ਰਭੂ ਨੇ ਇਹ ਚੀਜ਼ ਬਿਲਕੁਲ ਖਤਮ ਕਰ ਦਿੱਤੀ। ਫਿਰ ਕਿਤੇ ਇਹ ਨਾ ਹੋਵੇ ਕਿ ਇੱਕ ਅਧਿਕਾਰੀ ਹੀ ਸਾਰੀਆਂ ਚੀਜ਼ਾਂ ਦਾ ਮਾਲਕ ਬਣ ਕੇ ਬਹਿ ਜਾਏ, ਜਾਂ ਹਾਰੂਨ ਦਾ ਟੱਬਰ ਹੀ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਕੇ ਬਹਿ ਜਾਏ। ਬਲੀਆਂ ਉਸ ਹਿਸਾਬ ਦੇ ਨਾਲ ਆਉਂਦੀਆਂ ਸੀ ਜਿੱਡਾ ਵੱਡਾ ਕਬੀਲਾ ਸੀ, ਔਰ ਕਬੀਲੇ ਤੇ ਵਿੱਚੋਂ ਗਾਂ ਪੁੱਤਰਾਂ ਦੇ ਪੁੱਤਰ, ਪੁੱਤਰਾਂ ਦੇ ਪੁੱਤਰ ਸੀਗੇ, ਵੱਡੇ ਟੱਬਰ ਸੀ। ਉਸ ਹਿਸਾਬ ਦੇ ਨਾਲ ਬਲੀਆਂ ਆਉਂਦੀਆਂ ਸੀ ਔਰ ਉਸ ਹਿਸਾਬ ਦੇ ਨਾਲ ਉਸ ਨੂੰ ਵਿਤਰਿਤ ਕੀਤਾ ਜਾਂਦਾ ਸੀ ਕਿ ਉਹਨਾਂ ਤੱਕ ਰੋਟੀ, ਉਹਨਾਂ ਤੱਕ ਜੋ ਵੀ ਪੂੜੀਆਂ ਜੇ ਕਿਸੇ ਨੇ ਚੜਾਈਆਂ, ਉਹਨਾਂ ਦੇ ਵਿੱਚੋਂ ਜੇ ਕਿਸੇ ਨੇ ਵੀ ਕੋਈ ਆਟਾ ਜਾਂ ਮੈਦਾ ਲੈ ਕੇ ਆਇਆ ਤਾਂ ਉਹ ਉਹਦੇ ਹਿਸਾਬ ਦੇ ਨਾਲ ਵਿਤਰਿਤ ਕਰ ਦਿੱਤਾ ਜਾਂਦਾ ਸੀ। ਕਿ ਉਹਨਾਂ ਦੀ ਇੱਕ ਐਸੀ ਹੁੰਦੀ ਸੀ ਕਿ ਜੇ ਉਹ ਬਲੀ ਆਈ ਆ ਤਾਂ ਜਿਹੜੀ ਪਹਿਲੀ ਉਸਨੇ ਦੱਸੀ ਆ ਤਾਂ ਉਹ ਧੰਨਵਾਦ ਦੀ ਜਿਹੜੀ ਬਲੀ ਹੁੰਦੀ ਸੀਗੀ, ਉਹ ਧੰਨਵਾਦ ਦੀ ਬਲੀ ਕੀ ਆ ਕਿ ਕਿਸੇ ਬੰਦੇ ਨੇ ਪ੍ਰਭੂ ਦੇ ਅੱਗੇ ਇਹ ਸੁਖਣਾ ਸੁਖਿਆ ਕਿ ਪ੍ਰਭੂ ਤੂੰ ਮੇਰੇ ਪੁੱਤਰ ਤੇ ਰਹਿਮ ਕਰ, ਇਸ ਨੂੰ ਬੱਚੇ ਦੀ ਦਾਤ ਦੇ, ਮੈਂ ਆਪਣੇ ਜੀਂਦੇ ਜੀ ਇਸ ਦੇ ਬੱਚੇ ਦੇਖਣਾ ਮੰਗਦਾ। ਔਰ ਉਹ ਉਸਨੇ ਪ੍ਰਭੂ ਦੇ ਕੋਲੋਂ ਮੰਗਿਆ, ਪ੍ਰਭੂ ਨੇ ਉਹ ਦਿੱਤਾ, ਚਾਹੇ ਧੀ ਦਿੱਤੀ ਚਾਹੇ ਪੁੱਤ ਦਿੱਤਾ। ਤੇ ਉਹ ਆਪਣੀ ਧੰਨਵਾਦੀ ਦੀ ਬਲੀ ਲੈ ਕੇ ਬੱਚੇ ਨੂੰ ਨਹੀਂ ਲੈ ਕੇ ਆਇਆ ਹਾਲੇ, ਉਹ ਬੱਚੇ ਦੇ ਮਾਂ-ਬਾਪ ਦੀ ਜ਼ਿੰਮੇਵਾਰੀ। ਲੇਕਿਨ ਉਹ ਬੰਦਾ ਜਿਸ ਦੇ ਉੱਤੇ ਪ੍ਰਭੂ ਨੇ ਇਹ ਕਿਰਪਾ ਕੀਤੀ ਆ, ਉਹ ਆਪਣੀ ਧੰਨਵਾਦੀ ਦੀ ਬਲੀ ਲੈ ਕੇ ਆਇਆ। ਸੋ ਪ੍ਰਭੂ ਨੇ ਕਿਹਾ ਕਿ ਇਹ ਧੰਨਵਾਦੀ ਦੀ ਬਲੀ ਜਿਹੜੀ ਆ ਇਹ ਉਸੇ ਦਿਨ ਹੀ ਖਾਧੀ ਜਾਵੇ, ਅਗਲੇ ਦਿਨ ਤੱਕ ਨਾ ਰੱਖੀ ਜਾਵੇ। ਪਰ ਇੱਕ ਬੰਦਾ ਆਪਣੀ ਖੁਸ਼ੀ ਦੇ ਨਾਲ ਲੈ ਕੇ ਆਇਆ, ਆਪਣੀ ਖੁਸ਼ੀ ਦੇ ਨਾਲ ਕੁਛ ਪ੍ਰਭੂ ਦੇ ਘਰ ਲੈ ਕੇ ਆਇਆ, ਤੇ ਉਸ ਦੇ ਲਈ ਇਹ ਕਿਹਾ ਜਾਂਦਾ ਕਿ ਉਹ ਤੁਸੀਂ ਅਗਲੇ ਦਿਨ ਤੱਕ ਰੱਖ ਸਕਦੇ ਆ। ਕਿਉਂਕਿ ਜਿਹੜੀ ਸੁਖਣਾ ਦੀਆਂ ਬਲੀਆਂ ਉਹ ਥੋੜੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਖੁਸ਼ੀ ਦੀਆਂ ਬਲੀਆਂ ਹੁੰਦੀਆਂ ਸੀ ਉਹ ਬਹੁਤ ਜ਼ਿਆਦੀਆਂ ਹੁੰਦੀਆਂ ਸੀ। ਉਸ ਦਾ ਕਾਰਨ ਇਹ ਸੀ ਕਿ ਪ੍ਰਭੂ ਆਪਣੇ ਲੋਕਾਂ ਦੇ ਬਹੁਤ ਨੇੜੇ ਰਹਿੰਦਾ ਸੀ, ਆਪਣੇ ਲੋਕਾਂ ਦੇ ਵਿਚਕਾਰ ਰਹਿੰਦਾ ਸੀ। ਸੋ ਜਿਸ ਦੇ ਨਾਲ ਪ੍ਰਭੂ ਨੇ ਆਪਣੇ ਲੋਕਾਂ ਨੂੰ ਬਹੁਤ ਬਰਕਤਾਂ ਦਿੱਤੀਆਂ ਸੀ ਔਰ ਆਪਣੀਆਂ ਬਰਕਤਾਂ ਦੇ ਵਿੱਚੋਂ ਲੋਕ ਬਹੁਤ ਕੁਛ ਲੈ ਕੇ ਆਉਂਦੇ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਵਿਤਰਿਤ ਹੁੰਦੀਆਂ ਸੀ, ਐਨ ਥੱਲੇ ਤੱਕ ਉਹ ਚੀਜ਼ਾਂ ਸਾਰੀਆਂ ਪਹੁੰਚਦੀਆਂ ਸੀਗੀਆਂ, ਤਾਂ ਕਿ ਕੋਈ ਵੀ ਲੇਵੀ ਖਾਨਦਾਨ ਦਾ ਬੰਦਾ ਐਸਾ ਨਾ ਹੋਵੇ ਤੇ ਉਹਦੇ ਕੋਲ ਖਾਣ ਨੂੰ ਨਾ ਹੋਵੇ, ਔਰ ਆਪਣੇ ਖਾਣ ਦੇ ਪ੍ਰਬੰਧ ਦੇ ਵਿੱਚ ਹੀ ਵਿਚਾਰਾ ਲੱਗਾ ਰਹੇ, ਤੇ ਜਿਹੜਾ ਪ੍ਰਭੂ ਨੇ ਉਹਨੂੰ ਕੰਮ ਸੌਂਪਿਆ ਆ ਤਾਂ ਉਹ ਕੰਮ ਨਾ ਕਰ ਸਕੇ। This is the main reason, ਇਹ ਮੇਨ ਰੀਜ਼ਨ। ਸੋ ਉਸਨੇ ਕਿਹਾ ਕਿ ਇਹ ਜਿਹੜੀਆਂ ਬਲੀਆਂ ਜਿਹੜੀਆਂ ਆਉਂਦੀਆਂ ਪਈਆਂ ਬਲੀਆਂ, ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਕੌਮ ਵਿੱਚ, ਲੇਵੀ ਦੀ ਕੌਮ ਦੇ ਵਿੱਚ ਵਿਤਰਿਤ ਕੀਤਾ ਜਾਵੇ, ਪਰ ਮੇਕ ਸ਼ੋਰ ਉਹਨਾਂ ਨੂੰ ਆਪਣੀ ਪਵਿੱਤਰਤਾ ਰੱਖਣੀ ਪੈਣੀ। ਆਪਣੀ ਪਵਿੱਤਰਤਾ ਉਹ ਨਹੀਂ ਗਵਾ ਸਕਦੇ, ਕਿਉਂਕਿ ਜਿਹੜੀਆਂ ਹੁਣ ਅਸੀਂ ਪਿੱਛੇ 5 ਤਰ੍ਹਾਂ ਦੀਆਂ ਬਲੀਆਂ ਅਸੀਂ ਦੇਖ ਕੇ ਆਏ ਆ, ਉਹਨਾਂ ਨੂੰ ਜਿਹੜੀਆਂ ਬਲੀਆਂ ਜਿਹਨਾਂ ਤੱਕ ਜਾਂਦੀਆਂ ਪਈਆਂ ਉਹਨਾਂ ਦੀ ਰਿਸਪੌਂਸਿਬਿਲਿਟੀ ਹੁਣ ਕੀ ਹੈ ਉਸ ਅਸੀਂ ਦੇਖਦੇ ਪਏ ਹਾਂ। ਤਾਂ ਅਸੀਂ 7ਵੇਂ ਭਾਵ ਦੇ ਵਿੱਚ ਆਏ ਹਾਂ, ਕਿਉਂਕਿ ਤੀਸਰਾ ਭਾਵ ਤੇ 7ਵਾਂ ਭਾਵ ਇੱਕ ਦੂਸਰੇ ਦੇ ਨਾਲ ਬਰਾਬਰ ਬੈਠਦੇ ਆ ਔਰ ਇਸ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ। ਆਓ ਹੁਣ ਅਸੀਂ ਅੱਗੇ ਚੱਲੀਏ। ਸੋ 22 ਆਇਤ ਤੋਂ ਲੈ ਕੇ ਇਸ ਦੀਆਂ 37 ਆਇਤਾਂ, ਆਓ ਇਸ ਨੂੰ ਅਸੀਂ ਪੜ੍ਹਦੇ। ਮੈਂ ਪੜ੍ਹ ਦਿੰਦੀ ਵਾਸੂ। ਪ੍ਰਭੂ ਨੇ ਅੱਗੇ ਮੂਸਾ ਨੂੰ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਕਹਿ ਕੇ ਉਹ ਕਿਸੇ ਬਾਲਦ ਜਾਂ ਭੇਡ ਜਾਂ ਬੱਕਰੀ ਆਦਿ ਦੀ ਚਰਬੀ ਕਦੀ ਨਾ ਖਾਣ। ਚਾਹੇ ਕੋਈ ਪਸ਼ੂ ਆਪ ਮਰਿਆ ਹੋਵੇ ਜਾਂ ਕਿਸੇ ਜੰਗਲੀ ਜਾਨਵਰ ਨੇ ਮਾਰਿਆ ਹੋਵੇ, ਉਸ ਦੀ ਚਰਬੀ ਤੁਸੀਂ ਖਾਣ ਦੇ ਕੰਮ ਨਾ ਲਿਆਉਣਾ, ਬੇਸ਼ੱਕ ਕਿਸੇ ਹੋਰ ਕੰਮ ਲੈ ਆਉਣਾ। ਜੋ ਕੋਈ ਮਨੁੱਖ ਪ੍ਰਭੂ ਸਾਹਮਣੇ ਬਲੀ ਕੀਤੇ ਪਸ਼ੂ ਦੀ ਚਰਬੀ ਖਾਏ, ਉਹ ਪ੍ਰਭੂ ਦੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਚਾਹੇ ਤੁਸੀਂ ਕਿਸੇ ਥਾਂ ਤੇ ਵੀ ਰਹੋ,
ਪਰ ਤੁਸੀਂ ਕਿਸੇ ਵੀ ਹਾਲਤ ਵਿੱਚ ਕਿਸੇ ਪੰਛੀ ਜਾਂ ਪਸ਼ੂ ਦਾ ਲਹੂ ਨਾ ਖਾਣਾ। ਲਹੂ ਦੇ ਖਾਣ ਵਾਲਾ ਹਰ ਮਨੁੱਖ ਮੇਰੇ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਦੱਸ ਕਿ ਹਰ ਮੇਲ ਦੀ ਭੇਟ ਚੜਾਉਣ ਵਾਲਾ ਆਪਣੀ ਭੇਟ ਦਾ ਕੁਝ ਖਾਸ ਹਿੱਸਾ ਪ੍ਰਭੂ ਨੂੰ ਭੇਟ ਕਰੇ। ਉਹ ਇਹ ਆਪ ਆਪਣੇ ਹੱਥ ਨਾਲ ਪ੍ਰਭੂ ਦੇ ਸਾਹਮਣੇ ਅੱਗ ਦੇ ਦੁਆਰਾ ਭੇਟ ਕਰਨ ਦੇ ਲਈ ਛਾਤੀ ਨੂੰ ਉਸ ਉਤਲੀ ਚਰਬੀ ਸਮੇਤ ਪ੍ਰਭੂ ਦੇ ਸਾਹਮਣੇ ਹਿਲਾਉਣ ਦੀ ਭੇਟ ਕਰਕੇ ਲਿਆਏ। ਪੁਰੋਹਿਤ ਚਰਬੀ ਨੂੰ ਵੇਦੀ ਉੱਤੇ ਸਾੜ ਦੇਵੇ, ਪਰ ਛਾਤੀ ਉਸ ਦਾ ਆਪਣਾ ਹਿੱਸਾ ਹੋਵੇਗੀ। ਸੱਜੀ ਰਾਣ ਵੀ ਤੁਹਾਡੀ ਮੇਲ ਦੀ ਭੇਟ ਵਿੱਚੋਂ ਪੁਰੋਹਿਤ ਦਾ ਹਿੱਸਾ ਹੋਵੇਗੀ। ਸੋ ਇਹ ਸੱਜੀ ਰਾਣ ਹਰੂਨ ਵੰਸ਼ੀ ਬਲੀ ਚੜਾਉਣ ਵੇਲੇ ਪੁਰੋਹਿਤ ਦੀ ਹੋਵੇਗੀ। ਇਸ ਤਰ੍ਹਾਂ ਛਾਤੀ ਜੋ ਹਿਲਾਉਣ ਦੇ ਲਈ ਅਤੇ ਸੱਜੀ ਰਾਣ ਜੋ ਭੇਟ ਕੀਤੀ ਗਈ ਉਹ ਮੇਰੇ ਵੱਲੋਂ ਹਰੂਨ ਵੰਸ਼ੀ ਪੁਰੋਹਿਤਾਂ ਦੀ ਹੋਵੇਗੀ। ਇਸ ਨਿਯਮ ਦੀ ਪਾਲਣਾ ਇਜ਼ਰਾਈਲ ਵਿੱਚ ਪੀੜ੍ਹੀਓਂ ਪੀੜ੍ਹੀ ਹੋਵੇ। ਭੇਟ ਦਾ ਇਹ ਹਿੱਸਾ ਹਰੂਨ ਵੰਸ਼ੀ ਪੁਰੋਹਿਤ ਦਾ ਉਸ ਦਿਨ ਤੋਂ ਹੀ ਠਹਿਰਾਇਆ ਗਿਆ ਜਿਸ ਦਿਨ ਉਹ ਪ੍ਰਭੂ ਦੀ ਪੁਰੋਹਿਤਾਈ ਸੇਵਾ ਦੇ ਲਈ ਅਰਪਿਤ ਕੀਤਾ ਗਿਆ ਸੀ। ਸੋ ਉਸ ਦੇ ਅਭਿਸ਼ੇਕ ਵਾਲੇ ਦਿਨ ਪ੍ਰਭੂ ਨੇ ਇਜ਼ਰਾਈਲੀ ਲੋਕਾਂ ਨੂੰ ਆਗਿਆ ਦਿੱਤੀ ਕਿ ਭੇਟ ਦਾ ਇਹ ਹਿੱਸਾ ਪੁਰੋਹਿਤ ਨੂੰ ਦਿੱਤਾ ਜਾਵੇ। ਇਸ ਨਿਯਮ ਦੀ ਪਾਲਣਾ ਇਜ਼ਰਾਈਲ ਵਿੱਚ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ। ਸੋ ਇਹ ਨਿਯਮ ਹੋਮ ਬਲੀ, ਅਨਾਜ ਦੀ ਭੇਟ, ਪਾਪ ਬਲੀ, ਅਪਰਾਧ ਬਲੀ ਅਰਪਿਤ ਕੀਤੇ ਜਾਣ, ਮੇਲ ਦੀ ਭੇਟ ਆਦਿ ਹਨ। ਇਹ ਸਭ ਪ੍ਰਭੂ ਨੇ ਮੂਸਾ ਨੂੰ ਉਸ ਦਿਨ ਦੱਸੇ ਜਿਸ ਦਿਨ ਉਸਨੇ ਲੋਕਾਂ ਦੀ ਉਜਾੜ ਵਿੱਚ ਪ੍ਰਭੂ ਲਈ ਭੇਟਾਂ ਲਿਆਉਣ ਦੀ ਆਗਿਆ ਦਿੱਤੀ ਸੀ। ਆਮੀਨ। ਸੋ ਹੁਣ ਅਸੀਂ ਜਿਹੜਾ ਚੀਜ਼ ਦੇਖਦੇ ਪਏ ਇੱਥੇ ਇੱਕ ਚੀਜ਼ ਉਹ ਕਹਿੰਦਾ ਕਿ ਜਿਸ ਪ੍ਰਭੂ ਦਾ ਵਚਨ ਕਹਿੰਦਾ ਕਿ ਸਭ ਤੋਂ ਪਹਿਲਾਂ ਮਨਾਹੀਆਂ ਹੋਈਆਂ ਤੁਸੀਂ ਚਰਬੀ ਨਹੀਂ ਖਾਣੀ। ਵਾਲ ਅੱਜ ਸਾਨੂੰ ਪਤਾ ਲੱਗਦਾ ਪਿਆ, ਅਸੀਂ ਅੱਜ ਇੰਨੀ ਦੇਰ ਬਾਅਦ ਸਾਨੂੰ ਪਤਾ ਲੱਗਦਾ ਪਿਆ ਕਿ ਚਰਬੀ ਖਾਣ ਦੇ ਨਾਲ ਕੀ ਹੁੰਦਾ। ਅੱਜ ਅਸੀਂ ਲੀਨ ਤੋਂ ਲੀਨ ਮੀਟ ਲੱਭਦੇ ਪਏ। ਅਸੀਂ ਜਿਸ ਲਈ ਕਟਾਉਂਦੇ ਹਾਂ ਤੇ ਅਸੀਂ ਇਹ ਕਹਿੰਦੇ ਕਿ ਚਰਬੀ ਵਾਲਾ ਹਿੱਸਾ ਨਾ ਸਾਨੂੰ ਦੇਣ। ਸੋ ਪ੍ਰਭੂ ਇੱਥੇ ਇਹ ਤਾਂ ਇੱਕ ਕਾਰਨ। ਦੂਸਰਾ ਕਾਰਨ ਇਹ ਹੈ ਕਿ ਜਿਹੜਾ ਚਰਬੀ ਵਾਲਾ ਹਿੱਸਾ ਆ ਉਸ ਦੇ ਵਿੱਚੋਂ ਇੱਕ ਸਪੈਸ਼ਲ ਸਮੈਲ ਨਿਕਲਦੀ ਹੈ। ਜਿਸ ਵੇਲੇ ਤੁਸੀਂ ਖਾਣਾ ਬਾਰਬੀਕਿਊ ਦੇ ਉੱਤੇ ਬਣਾ ਰਹੇ ਹੁੰਦੇ ਔਰ ਜਿਸ ਲਈ ਉਹ ਪੱਕਣਾ ਸ਼ੁਰੂ ਹੁੰਦਾ ਔਰ ਜਿਸ ਲਈ ਚਰਬੀ ਉਹ 'ਚ ਪਿਘਲਣੀ ਸ਼ੁਰੂ ਹੁੰਦੀ ਹੈ ਔਰ ਚਰਬੀ ਜਿਸ ਲਈ ਥੱਲੇ ਅੱਗ ਦੇ ਉੱਤੇ ਜਾ ਕੇ ਡਿੱਗਦੀ ਹੈ ਤੇ ਉਹ ਇੱਕ ਵੱਖਰੇ ਕਿਸਮ ਦਾ ਧੂੰਆਂ ਪੈਦਾ ਕਰਦੀ ਹੈ ਜੋ ਆਲੇ ਦੁਆਲੇ ਸਾਰਿਆਂ ਨੂੰ ਸੁਗੰਧ ਆ ਰਹੀ ਹੁੰਦੀ ਹੈ ਉਸਦੀ। ਇਹ ਕਾਰਨ ਤੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਪ੍ਰਭੂ ਦੇ ਅੱਗੇ ਬਲੀ ਚੜਾਈ ਗਈ ਹੈ ਔਰ ਲੋਕਾਂ ਦਾ ਧਿਆਨ ਪ੍ਰਭੂ ਦੇ ਵੱਲ ਨੂੰ ਲੱਗੇ। ਲੇਕਿਨ ਹੁਣ ਬਾਕੀ ਦੇ ਮੀਟ ਦਾ ਕੀ ਕਰਨਾ? ਅੱਛਾ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਉਸਨੇ ਕਹੀ ਕਿ ਜਿਹੜਾ ਛਾਤੀ ਦਾ ਜਿਹੜਾ ਹਿੱਸਾ ਆ ਉਸ ਨੂੰ ਲਿਆ ਜਾਏ ਔਰ ਉਸਨੂੰ ਪ੍ਰਭੂ ਦੇ ਸਾਹਮਣੇ ਹਿਲਾਇਆ ਜਾਏ। ਉਸਨੂੰ ਹਿਲਾਉਣ ਵਾਲੀ ਬਲੀ ਉਹ ਕਹਿੰਦੇ ਸੀ। ਕਹਿਣ ਦਾ ਕੀ ਮਤਲਬ ਕਿ ਪ੍ਰਭੂ ਦੇ ਸਾਹਮਣੇ ਅਰਪਿਤ ਕੀਤਾ ਜਾਏ। ਔਰ ਉਸ ਤੋਂ ਬਾਅਦ ਜਿਹੜਾ ਹਾਰੂਨ ਦਾ ਖਾਨਦਾਨ, ਲੇਵੀ ਦਾ ਖਾਨਦਾਨ ਬਹੁਤ ਵੱਡਾ ਹੈ। ਹਾਰੂਨ ਦਾ ਲੇਵੀ ਦੇ ਗਾਂ ਪੜਪੋਤਾ ਜਿਹੜਾ ਹਾਰੂਨ ਜਿਸ ਨੂੰ ਪਹਿਲਾਂ ਬਣਾਇਆ ਗਿਆ ਉਹ ਸਿਰਫ ਹਾਰੂਨ ਦੇ ਖਾਨਦਾਨ ਨੂੰ ਉਹ ਹਿੱਸਾ ਦਿੱਤਾ ਜਾਏਗਾ। ਠੀਕ। ਫਿਰ ਉਸ ਤੋਂ ਬਾਅਦ ਆ ਜਾਂਦੇ ਹੈਗੇ ਆ ਜਿਹੜੀਆਂ ਰਾਣ ਜਿਹੜੀਆਂ ਜਾਨਵਰ ਦੇ ਪਹਿਲੇ ਮੋਢੇ ਹੁੰਦੇ ਇਹ ਇਸ ਦਾ ਮੀਟ ਆ ਜਾਂਦਾ ਹੈ। ਉਸਦੇ ਵਿੱਚ ਇਹ ਕਿਹਾ ਕਿ ਜਿਹੜੇ ਪੁਰੋਹਿਤ ਉੱਥੇ ਸੇਵਾ ਕਰਦੇ ਪਏ ਅੰਦਰ, ਚਾਹੇ ਕੋਈ ਸਫਾਈ ਕਰਦਾ ਪਿਆ, ਚਾਹੇ ਕੋਈ, ਕਿਉਂਕਿ ਸਾਰੇ ਲੇਵੀ ਦੇ ਖਾਨਦਾਨ ਚੋਂ ਔਰ ਵੱਖਰੇ ਖਾਨਦਾਨ ਦੀ ਵੱਖਰੇ ਸਮੇਂ ਜੌਬ ਲੱਗਦੀ ਪਈ ਹੈ, ਉਹ ਹਿੱਸਾ ਉਹਨਾਂ ਨੂੰ ਦੇ ਦਿੱਤਾ ਜਾਵੇ। ਕਿਉਂਕਿ ਉਹ ਜਿਹੜਾ ਆਪਣੀ ਤਾਕਤ ਦੇ ਨਾਲ ਅੰਦਰ ਕੰਮ ਕਰਦੇ ਪਏ, ਉਹ ਸ਼ੁਕਰਗੁਜ਼ਾਰੀ ਆ ਜਿਹੜਾ ਲੈ ਕੇ ਆਇਆ ਬੰਦਾ। ਮੰਨ ਲਓ ਕੋਈ ਬੰਦਾ ਜਿਹੜਾ ਉਹ ਯਹੂਦਾ ਦੇ ਖਾਨਦਾਨ ਚੋਂ ਨਾ, ਯਹੂਦਾ ਦੇ ਖਾਨਦਾਨ ਨੂੰ ਪ੍ਰਭੂ ਦੇ ਮੰਦਿਰ 'ਚ ਸੇਵਾ ਕਰਨ ਦਾ ਕੰਮ ਨਹੀਂ ਮਿਲਿਆ, ਪਰ ਉਹ ਬੰਦਾ ਬਲੀ ਲੈ ਕੇ ਆਇਆ ਔਰ ਉਸਨੇ ਉਹ ਬਲੀ ਦਿੱਤੀ ਔਰ ਉਸ ਤੋਂ ਬਾਅਦ ਉਸਨੇ ਉਹ ਸਾਰੀ ਕੁਛ ਮਹਾਪੁਰੋਹਿਤ ਦੇ ਹਵਾਲੇ ਕਰ ਦਿੱਤੀ। ਹੁਣ ਮਹਾਪੁਰੋਹਿਤ ਨੇ ਉਸਨੂੰ ਜਾਂ ਪੁਰੋਹਿਤ ਜਿਹੜਾ ਵੀ ਜੌਬ ਕਰਦਾ ਪਿਆ ਉਸ ਦਿਨ, ਉਸਨੇ ਉਸਨੂੰ
ਉਸਦੇ ਹਿੱਸੇ ਜਿਹੜੇ ਡਿਵਾਈਡ ਕਰਦੇ ਆ ਉਹ ਹਰ ਇੱਕ ਦੇ ਨੂੰ ਦੇਖ ਕੇ ਕਰਦੇ ਆ ਕਿ ਅੱਜ ਆਹ ਸੇਵਾਦਾਰ ਆ ਮੰਦਿਰ ਦੇ ਅੰਦਰ, ਇਹਨਾਂ ਦੀ ਜਿਹੜਾ ਰਾਣ ਦਾ ਹਿੱਸਾ ਆ, ਜਿਹੜਾ ਮੋਰਲੇ ਸ਼ੋਲਡਰ ਦਾ ਹਿੱਸਾ ਆ, ਉਹ ਇਹਨਾਂ ਦਾ ਬਣਦਾ। ਔਰ ਇਹ ਜਿਹੜੇ ਬੰਦੇ ਆ, ਇਹ ਜਿਹੜੇ ਪਿੱਛੋਂ ਆਏ ਆ, ਇਹਨਾਂ ਨੂੰ ਲੈ ਕੇ ਆਏ ਆ। ਮੰਨ ਲਾ ਕਿ ਕੋਈ ਜਾਣਾ ਦਾਨ ਦੇ ਕਬੀਲੇ ਦੇ ਵਿੱਚੋਂ ਆਇਆ, ਔਰ ਦਾਨ ਦੇ ਕਬੀਲੇ ਦੇ ਵਿੱਚੋਂ ਜਿਹੜਾ ਉਸ ਇਲਾਕੇ ਦੇ ਵਿੱਚ ਪੁਰੋਹਿਤ ਥਾਪਿਆ ਗਿਆ, ਉਹ ਉਹਨਾਂ ਦੇ ਨਾਲ ਆਇਆ, ਉਹ ਮੀਟ ਦਾ ਹਿੱਸਾ ਉਸਦਾ ਹੈ, ਕਿਉਂਕਿ ਉਹ ਉੱਥੇ ਸੇਵਾ ਕਰਦਾ ਪਿਆ। ਸੋ ਕਿੱਦਾਂ ਪ੍ਰੀਜ਼ਰਵ ਰੱਖੇਗਾ ਉਸਨੂੰ? ਲੂਣ ਦੇ ਵਿੱਚ, ਉਹ ਉਸਦਾ ਹਿੱਸਾ ਹੈ। ਲੇਕਿਨ ਜਿਹੜਾ ਇੱਕ ਸਿਰਫ ਜਿਹੜੀ ਸ਼ੁਕਰਗੁਜ਼ਾਰੀ ਦੀ ਬੇਨਤੀ ਜਿਹੜੀ ਚੜਾਈ ਜਾਂਦੀ ਹੈ, ਔਰ ਦੂਸਰੀ ਜਿਹੜੀ ਧੰਨਵਾਦੀ ਦੀ ਕਹਿਣ ਦਾ ਮਤਲਬ ਕਿਸੇ ਦੀ ਸੁਖਣਾ ਪੂਰੀ ਹੋਈ ਆ, ਉਹਦੇ ਤੇ ਪ੍ਰਭੂ ਨੇ ਲਿਮਿਟਸ ਲਾਈਆਂ ਹੈ। ਸੋ ਅਸੀਂ ਕੀ ਇੱਥੇ ਦੇਖਦੇ ਪਏ ਹਾਂ ਕਿ ਜਿਹੜਾ ਚਰਬੀ ਨੂੰ ਖਾਏ, ਕਿਉਂਕਿ ਉਹ ਵੇਦੀ ਤੇ ਚੜਾਉਣ ਦੇ ਲਈ, ਔਰ ਦੂਸਰਾ ਇਨਸਾਨ ਦੀ ਹੈਲਥ ਵਾਸਤੇ ਵੀ ਆ, ਜਿਹੜਾ ਉਹਨੂੰ ਚੜਾਏ ਉਹ ਉਸਨੂੰ ਛੇਕ ਦਿੱਤਾ ਜਾਏ। ਜਿਹੜਾ ਲਹੂ ਖਾ, ਅੱਜ ਵੀ ਤੁਸੀਂ ਕਿਸੇ ਬੁੱਚਰ ਸ਼ਾਪ ਦੇ ਵਿੱਚ ਚਲੇ ਜਾਓ, ਤੁਹਾਨੂੰ ਮਿਲਣਗੀਆਂ ਸੌਸੇਜ ਮਿਲਣਗੀਆਂ, ਉਹਨੂੰ ਬਲੱਡ ਸੌਸੇਜ ਕਹਿੰਦੇ ਆ, ਬਲੱਡ ਸੌਸੇਜ ਕਹਿੰਦੇ ਆ। ਉਹ ਕੀ ਇੱਕ ਜਾਨਵਰ ਉਹਨਾਂ ਨੇ ਕੱਟਿਆ, ਉਹਦਾ ਸਾਰਾ ਖੂਨ ਰੱਖ ਲਿਆ, ਉਸਦੇ ਵਿੱਚ ਮੀਟ ਨੂੰ ਕ੍ਰਸ਼ ਕਰਕੇ ਪਾ ਕੇ ਉਸਦੀਆਂ ਹੌਟ ਡੌਗਸ ਦੇ ਮੂੰਹ ਸੌਸੇਜ ਬਣਾਈਆਂ ਹੁੰਦੀਆਂ, ਉਸਨੂੰ ਡੈਲੀਕੇਸੀ ਮੰਨਿਆ ਜਾਂਦਾ। ਲੇਕਿਨ ਪ੍ਰਭੂ ਨੇ ਸਾਨੂੰ ਮਨਾ ਕੀਤਾ, ਅਸੀਂ ਨਹੀਂ ਖਾ ਸਕਦੇ। ਸਾਨੂੰ ਪ੍ਰਭੂ ਨੇ ਉਹ ਚੀਜ਼ ਮਨਾ ਕੀਤੀ। ਉਸਦੇ ਦੋ ਕਾਰਨ। ਥੋੜੇ ਜਿਹੇ ਮੈਂ ਹਿਬਰੂ ਦੇ ਸ਼ਬਦ ਇੱਥੇ ਲਊਂਗਾ। ਹਿਬਰੂ ਦੇ ਵਿੱਚ ਆਦਮ ਦਾ ਨਾਂ ਸੀ ਅਦਾਮ, ਔਰ ਜਿਹੜੀ ਧਰਤੀ ਦਾ ਜਿਹੜਾ ਸੀਗਾ ਉਹ ਸੀ ਆਦਮਾ। ਅਦਾਮ ਦਾ ਮਤਲਬ ਕਿ ਧਰਤੀ ਦੇ ਵਿੱਚੋਂ ਕੱਢਿਆ ਗਿਆ, ਤੇ ਲਹੂ ਜਿਹੜਾ ਉਸਦਾ ਹੈ ਦਾਮ। ਅਗਰ ਉਹਦੇ ਮੋਰੇ ਇਹ ਲੱਗ ਜਾਂਦਾ ਤੇ ਉਹ ਧਰਤੀ ਦੇ ਨਾਲ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਪਈਆਂ। ਲੇਕਿਨ ਜਿਹੜਾ ਦਾਮ ਆ ਉਹ ਜ਼ਿੰਦਗੀ ਦੀ ਨਿਸ਼ਾਨੀ। ਅਸੀਂ ਮਿੱਟੀ ਦੀ ਲੋਲੋ ਤਾਂ ਬਣਾ ਸਕਦੇ ਹਾਂ, ਪਰ ਉਹ 'ਚ ਜਾਨ ਨਹੀਂ ਪਾ ਸਕਦੇ, ਉਹਦੇ ਵਿੱਚ ਜਾਨ ਨਹੀਂ ਪਾ ਸਕਦੇ। ਉਹ ਜਾਨ ਦੋ ਚੀਜ਼ਾਂ ਦੇ ਨਾਲ ਹੁੰਦੀ ਆ, ਲਹੂ ਔਰ ਦੂਸਰੀ ਚੀਜ਼ ਸਵਾਸ, ਸਾਹ। ਬੱਚਾ ਜਿਸ ਲਈ ਪੈਦਾ ਹੁੰਦਾ, ਸਭ ਤੋਂ ਪਹਿਲਾਂ ਡਾਕਟਰ ਨੂੰ ਇਸ ਚੀਜ਼ ਦੀ ਪਈ ਹੁੰਦੀ ਹੈ ਕਿ ਇਸ ਨੂੰ ਸਾਹ ਆਉਣਾ ਚਾਹੀਦਾ, ਇਹ ਆਪਣੇ ਆਪ ਸਾਹ ਲਏ। ਸੋ ਸਾਹ ਨੂੰ ਤਾਂ ਅਸੀਂ ਖਾ ਨਹੀਂ ਸਕਦੇ, ਲੇਕਿਨ ਲਹੂ ਜਿਸ ਦੇ ਨਾਲ ਇਹ ਸਾਰਾ ਬਦਨ ਇੱਕ ਹੁੰਦਾ, ਠੀਕ। ਸਾਡੇ ਪੈਰਾਂ ਦੇ ਵਿੱਚ ਅੱਖ ਤਾਂ ਹੈ ਨਹੀਂ, ਦੇਖਣ ਦੀ ਸ਼ਕਤੀ ਹੈ ਨਹੀਂ, ਨਾ ਹੀ ਸਾਡੇ ਪੈਰਾਂ ਦੇ ਵਿੱਚ ਕੰਨ ਹੈਗਾ। ਦੋ ਚੀਜ਼ਾਂ ਜਿਹੜੀਆਂ ਸਾਨੂੰ ਸਾਡੇ ਸਾਰੇ ਸਰੀਰ ਨੂੰ ਇੱਕ ਰੱਖਦੀਆਂ, ਔਰ ਉਹ ਇੱਕ ਹੈ ਚਮੜੀ ਔਰ ਦੂਸਰਾ ਹੈ ਲਹੂ। ਲਹੂ ਜਿਹੜਾ ਆ ਉਸਦੇ ਵਿੱਚ ਜਾਨ, ਉਹੀ ਸਾਹ ਜਿਹੜਾ ਅਸੀਂ ਲੈਂਦੇ ਆ, ਉਹੀ ਸਾਹ ਦੇ ਵਿੱਚੋਂ ਆਕਸੀਜਨ ਉਸ ਲਹੂ ਦੇ ਵਿੱਚ ਜਾਂਦੀ ਆ, ਜਿਹੜੇ ਸਾਡੇ ਸਾਰੇ ਅੰਗਾਂ ਨੂੰ ਜਿਉਂਦਾ ਰੱਖਦੀ। ਔਰ ਅਗਰ ਮੈਂ ਆਪਣੇ ਹੱਥ ਨੂੰ ਕੁੱਟ ਕੇ ਬੰਨ ਲਵਾਂ, ਨਾ ਲਹੂ ਜਾਣ ਦੇਵਾਂ ਨਾ ਲਹੂ ਆਉਣ ਦੇਵਾਂ, ਤੇ ਸਾਡੇ ਜਿਹੜੇ ਇਸ ਪ੍ਰੋਫੈਸ਼ਨ ਦੇ ਵਿੱਚ ਉਹ ਕਹਿਣਗੇ ਕਿ ਕੁਝ ਦਿਨਾਂ ਤੋਂ ਬਾਅਦ ਤੇਰਾ ਜਿਹੜਾ ਹੈ ਹੱਥ ਸੁੱਕ ਜਾਏਗਾ। ਕਿਉਂ? ਕਿਉਂਕਿ ਨਾ ਮੈਂ ਲਹੂ ਨੂੰ ਜਾਣ ਦਿੱਤਾ, ਨਾ ਮੈਂ ਲਹੂ ਨੂੰ ਆਉਣ ਦਿੱਤਾ। ਮੇਰਾ ਹੱਥ ਇਸ ਕਰਕੇ ਜਿਉਂਦਾ ਕਿਉਂਕਿ ਉਹ ਲਹੂ ਸਭ ਕੁਛ ਕੈਰੀ ਕਰਦਾ ਪਿਆ। ਸੋ ਲਹੂ ਦੇ ਵਿੱਚ ਜਾਨ। ਪ੍ਰਭੂ ਨੇ ਆਪਣੇ ਲੋਕਾਂ ਨੂੰ ਮਨਾ ਕੀਤਾ ਕਿ ਤੁਸੀਂ ਲਹੂ ਨਹੀਂ ਖਾ ਸਕਦੇ, ਜਿਹੜਾ ਤੁਹਾਨੂੰ ਖਾਣਾ ਵਰਜਿਤ ਆ। ਹੁਣ ਉਹ ਜਿੱਥੇ ਜਾ ਰਹੇ ਆ, ਦੂਸਰੀ ਚੀਜ਼ ਹੁਣ ਇੱਥੇ ਅਸੀਂ ਆ ਗਏ ਹਾਂ ਤੇ ਹੁਣ ਉਹ ਜਿੱਥੇ ਜਾ ਰਹੇ ਆ ਉੱਥੇ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਜਿਹੜਾ ਲਹੂ ਆ ਪ੍ਰਸ਼ਾਦ, ਔਰ ਜਿਹੜਾ ਵੀ ਜਾਨਵਰ, ਜਿਹੜਾ ਵੀ ਬੰਦਾ ਬਲੀ ਲੈ ਕੇ ਆਇਆ, ਮੰਨ ਲਓ ਕਿ ਬਾਲ ਦੇ ਸਾਹਮਣੇ ਬਲੀ ਲੈ ਕੇ ਆਇਆ, ਉਹਨਾਂ ਨੇ ਬਾਲ ਦੇ ਸਾਹਮਣੇ ਉਸ ਜਾਨਵਰ ਨੂੰ ਕੱਟਿਆ
ਜਾਨਵਰ ਨੂੰ ਕੱਟ ਕੇ ਉਸ ਦਾ ਖੂਨ ਸਾਰਾ ਰੱਖ ਲਿਆ ਔਰ ਕੁਛ ਉਸ ਦੇ ਵਿੱਚੋਂ ਉਸ ਮੂਰਤੀ ਦੇ ਮੂੰਹ ਨੂੰ ਲਾਇਆ ਔਰ ਬਾਕੀ ਦਾ ਜਿਹੜਾ ਖੂਨ ਬਚ ਗਿਆ ਉਸ ਦਾ ਪ੍ਰਸ਼ਾਦ ਵੰਡ ਕੇ ਉਸ ਨੂੰ ਵਾਈਨ ਦੇ ਵਿੱਚ ਰਲਾ ਕੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਔਰ ਜਿਹੜਾ ਮੀਟ ਆ ਉਹ ਦੁਕਾਨ ਤੇ ਵਿਕਣ ਨੂੰ ਚੱਲ ਜਾਂਦਾ। ਸੋ ਪ੍ਰਭੂ ਨੇ ਜਿਹੜੇ ਉਹਨਾਂ ਨੂੰ ਇਹ ਸਾਰੀਆਂ ਹਦਾਇਤਾਂ ਦਿੱਤੀਆਂ ਬਿਲਕੁਲ ਵੱਖਰੇ ਤਰੀਕੇ ਨਾਲ ਦਿੱਤੀਆਂ। ਉਸਨੇ ਕਿਹਾ ਨਹੀਂ, ਤੁਸੀਂ ਇਹਨਾਂ ਚੀਜ਼ਾਂ ਨੂੰ, ਖੂਨ ਨੂੰ, ਲਹੂ ਨੂੰ, ਨਾ ਜਾਨਵਰ ਦੇ, ਨਾ ਪੰਛੀ ਦੇ, ਨਾ ਅਗਰ ਜੰਗਲੀ ਜਾਨਵਰ ਨੇ ਵੀ ਆ ਕੇ ਤੁਹਾਡੇ ਬੱਕਰੇ ਨੂੰ ਮਾਰ ਦਿੱਤਾ ਜਾਂ ਬੱਕਰੀ ਨੂੰ ਮਾਰ ਦਿੱਤਾ, ਜਾਂ ਤੁਹਾਨੂੰ ਜੰਗਲ ਦੇ ਵਿੱਚੋਂ ਕੋਈ ਜਾਨਵਰ ਮਿਲ ਗਿਆ, ਤਾਂ ਵੀ ਤੁਸੀਂ ਉਸ ਦੀ ਨਹੀਂ ਖਾਣੀ, ਤੁਸੀਂ ਉਸ ਦਾ ਲਹੂ, ਤੁਸੀਂ ਸਿਰਫ ਤੇ ਸਿਰਫ ਜਿਸ ਤਰ੍ਹਾਂ ਉਸਨੇ ਮਾਸ, ਔਰ ਚਾਹੇ ਤੁਸੀਂ ਹੁਣ ਉਹ ਜਾਨਵਰ ਘਰ ਆਪਣੇ ਕੱਟਿਆ ਤਾਂ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਖਾ ਸਕਦੇ। ਜਿਹੜੇ ਅੱਜ ਵੀ ਆਰਥੋਡਾਕਸ ਯਹੂਦੀ ਆ ਉਹ ਨਹੀਂ ਖਾਂਦੇ ਇਹਨਾਂ ਚੀਜ਼ਾਂ, ਉਹ ਆਪਣੀ ਸ਼ੁਕਰਗੁਜ਼ਾਰੀ ਦੇ ਤੌਰ ਤੇ ਪ੍ਰਭੂ ਦੇ ਅੱਗੇ ਇਹਨਾਂ ਚੀਜ਼ਾਂ ਨੂੰ ਚੜਾ ਦਿੰਦੇ ਆ। ਠੀਕ, ਸੋ ਹੁਣ ਅਸੀਂ ਇੱਥੇ ਇਹ ਸਾਰੀ ਚੀਜ਼ ਇੱਕ ਤਾਂ ਦੇਖ ਲਈ ਕਿ ਕਿਸ ਤਰ੍ਹਾਂ ਪ੍ਰੋਤਾਂ ਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਪਈਆਂ, ਕਿਸ ਤਰ੍ਹਾਂ ਪ੍ਰੋਤਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਉਹਨਾਂ ਦੀ ਰੋਜ਼ ਦੀ ਵਿਚਾਰਿਆਂ ਦੀ ਜ਼ਰੂਰਤ ਵਾਸਤੇ। ਉਹ ਕੋਈ ਇਸ ਮੀਟ ਦੇ ਨਾਲ ਅਮੀਰ ਨਹੀਂ ਹੁੰਦੇ ਪਏ ਜਾਂ ਇਸ ਆਟੇ ਦੀ ਮੁੱਠ ਦੇ ਨਾਲ ਕੋਈ ਅਮੀਰ ਨਹੀਂ ਹੁੰਦੇ ਪਏ, ਉਹਨਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ, ਕਿਸ ਤਰ੍ਹਾਂ ਉਹਨਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਉਹਨਾਂ ਨੂੰ ਮਿਲਦੀਆਂ ਪਈਆਂ ਤਾਂ ਕਿ ਉਹ ਆਪਣਾ ਧਿਆਨ ਪ੍ਰਭੂ ਦੇ ਵਚਨ ਦੇ ਵੱਲ ਲਾ ਕੇ ਰੱਖਣ ਔਰ ਪ੍ਰਭੂ ਜੋ ਉਹਨਾਂ ਨੂੰ ਪ੍ਰਭੂ ਲੋਕਾਂ ਦੇ ਬਾਰੇ ਦੱਸ ਰਿਹਾ ਉਹਨਾਂ ਤੱਕ ਉਹ ਪਹੁੰਚਾ ਸਕਣ। ਔਰ ਉਸ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਚੀਜ਼ ਸੀ, ਇਹ ਸਭ ਤੋਂ ਵੱਡੀ ਸਟਰਗਲ ਸੀ, ਖਾਣੇ ਦੀ ਸਟਰਗਲ ਸਭ ਤੋਂ ਵੱਡੀ ਸੀ। ਔਰ ਅੱਜ ਹੁਣ ਅਸੀਂ ਆਪਣੇ ਤੀਸਰੇ ਚੈਪਟਰ ਦੇ ਵਿੱਚ ਵਾਪਸ ਜਾਵਾਂਗੇ ਔਰ ਉੱਥੇ ਜਿਹੜੀਆਂ ਹੁਣ ਪ੍ਰਭੂ ਨੇ ਸਾਨੂੰ ਚੀਜ਼ਾਂ ਦੱਸੀਆਂ ਸੀ। ਸੋ ਆਓ ਅਸੀਂ ਤੀਸਰੇ ਚੈਪਟਰ ਦੇ ਵਿੱਚ ਪਹਿਲੀਆਂ ਇਹਦੀਆਂ ਸਿਰਫ 16 ਆਇਤਾਂ, ਇਹਨੂੰ ਪੜ੍ਹ ਦਿਓ ਤੁਸੀਂ। ਜਿਸ ਨੂੰ ਮਿਲ ਜਾਵੇ। ਜੇਕਰ ਕੋਈ ਮਨੁੱਖ ਮੇਲ ਬਲੀ ਚੜਾਵੇ ਤਾਂ ਉਹ ਉਸ ਦੇ ਚੋਣੇ ਵਿੱਚੋਂ ਬਚ ਰਹਿਤ ਜਾਂ ਗਾਂ ਜਾਂ ਬਲਦ ਦੀ ਹੋਵੇ। ਉਹ ਮਨੁੱਖ ਉਸ ਬਲੀ ਦੇ ਸਿਰ ਤੇ ਹੱਥ ਰੱਖ ਕੇ ਸੰਗਤ ਦੇ ਤੰਬੂ ਦੇ ਬੂਹੇ ਅੱਗੇ ਉਸ ਨੂੰ ਕੱਟੇ ਅਤੇ ਹਾਰੂਨ ਵੰਸ਼ੀ ਪੁਰੋਹਿਤ ਉਸ ਦਾ ਲਹੂ ਲੈ ਕੇ ਬੇਦੀ ਦੇ ਚਾਰੇ ਪਾਸੇ ਛਿੜਕੇ। ਉਸ ਮੇਲ ਬਲੀ ਵਿੱਚੋਂ ਉਹ ਅੱਗ ਦੀ ਭੇਟ ਕਰਕੇ ਇਹ ਚੀਜ਼ਾਂ ਪ੍ਰਭੂ ਅੱਗੇ ਚੜਾਵੇ। ਸਭ ਆਂਦਰਾਂ ਅਤੇ ਕਲੇਜੀ ਉਤਰੀ ਝਿੱਲੀ। ਪੁਰੋਹਿਤ ਇਹ ਸਭ ਲੈ ਕੇ ਵੇਦੀ ਉੱਤੇ ਅੱਗ ਨਾਲ ਹੋਮ ਬਲੀ ਦੇ ਨਾਲ ਸਾੜ ਦੇਵੇ। ਇਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਜੇਕਰ ਉਹ ਮੇਲ ਬਲੀ ਇੱਜੜ ਵਿੱਚੋਂ ਹੈ ਤਾਂ ਉਹ ਬਜ ਰਹਿਤ ਬੱਕਰੇ ਜਾਂ ਭੇਡੂ ਦੀ ਹੋਵੇ। ਜੇਕਰ ਇਹ ਬਲੀ ਲੇਲੇ ਦੀ ਹੈ ਤਾਂ ਬਲੀ ਚੜਾਉਣ ਵਾਲਾ ਉਸ ਦੇ ਸਿਰ ਤੇ ਹੱਥ ਰੱਖ ਕੇ ਉਸ ਲੇਲੇ ਨੂੰ ਤੰਬੂ ਦੇ ਬੂਹੇ ਅੱਗੇ ਕੱਟੇ ਅਤੇ ਹਾਰੂਨ ਵੰਸ਼ੀ ਪੁਰੋਹਿਤ ਉਸ ਦਾ ਲਹੂ ਲੈ ਕੇ ਬੇਦੀ ਦੇ ਚਾਰੇ ਪਾਸੇ ਛਿੜਕਣ। ਉਸ ਬਲੀ ਦੇ ਇਹ ਅੰਗ ਪ੍ਰਭੂ ਦੇ ਅੱਗੇ ਦੀ ਬਲੀ ਕਰਕੇ ਚੜਾਏ ਜਾਣ। ਚਰਬੀ, ਪੂਰੀ ਪੂਛ, ਆਂਦਰਾਂ ਉਤਲੀ ਸਾਰੀ ਚਰਬੀ, ਦੋਵੇਂ ਗੁਰਦੇ ਉਹਨਾਂ ਉਤਲੀ ਚਰਬੀ ਸਮੇਤ ਅਤੇ ਕਲੇਜੇ ਉਤਲੀ ਝਿੱਲੀ, ਇਹ ਸਭ ਚੀਜ਼ਾਂ ਪੁਰੋਹਿਤ ਭੋਜ ਦੀ ਭੇਟ ਕਰਕੇ ਪ੍ਰਭੂ ਦੇ ਅੱਗੇ ਬੇਦੀ ਉੱਤੇ ਸਾੜੇ। ਜੇਕਰ ਇਹ ਬਲੀ ਬੱਕਰੇ ਦੀ ਹੈ ਤਾਂ ਬਲੀ ਚੜਾਉਣ ਵਾਲਾ ਉਸ ਦੇ ਸਿਰ ਤੇ ਹੱਥ ਰੱਖ ਕੇ ਉਸ ਬੱਕਰੇ ਨੂੰ ਤੰਬੂ ਦੇ ਬੂਹੇ ਅੱਗੇ ਕੱਟੇ ਅਤੇ ਹਾਰੂਨ ਵੰਸ਼ੀ ਪੁਰੋਹਿਤ ਉਸ ਦਾ ਲਹੂ ਲੈ ਕੇ ਬੇਦੀ ਦੇ ਚਾਰੇ ਪਾਸੇ ਛਿੜਕਣ। ਉਸ ਦੇ ਇਹ ਅੰਗ ਪ੍ਰਭੂ ਅੱਗੇ ਅੱਗ ਦੀ ਬਲੀ ਕਰਕੇ ਚੜਾਏ ਜਾਣ। ਸਭ ਆਂਦਰਾਂ ਉਹਨਾਂ ਉਤਲੀ ਸਾਰੀ ਚਰਬੀ ਸਮੇਤ, ਦੋਵੇਂ ਗੁਰਦੇ ਉਹਨਾਂ ਉਤਲੀ ਚਰਬੀ ਅਤੇ ਕਲੇਜੇ ਉਤਲੀ ਝਿੱਲੀ, ਸਭ ਚਰਬੀ ਪ੍ਰਭੂ ਦੀ ਹੈ। ਇਸ ਲਈ ਇਹ ਸਭ ਚੀਜ਼ਾਂ ਪੁਰੋਹਿਤ ਭੋਜ ਦੀ ਭੇਟ ਕਰਕੇ ਪ੍ਰਭੂ ਦੇ ਅੱਗੇ ਬੇਦੀ ਉੱਤੇ ਸਾੜੇ, ਕਿਉਂਕਿ ਇਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਪਰ ਤੁਹਾਡੇ ਵਿੱਚੋਂ ਕੋਈ ਮਨੁੱਖ ਬਲੀ ਦਾ ਲਹੂ ਨਾ ਖਾਏ। ਇਹ ਇਸਰਾਏਲ ਦੇ ਪੀੜ੍ਹੀਓ ਪੀੜ੍ਹੀ ਇੱਕ ਵਿਧੀ ਕਰਕੇ ਮੰਨਣ। ਆਮੀਨ। ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਿਆ ਇੱਥੇ ਵੀ ਉਹਨਾਂ ਨੇ ਉਹੀ ਚੀਜ਼ਾਂ ਸਾੜੀਆਂ ਜੋ ਅਸੀਂ 7ਵੇਂ ਭਾਗ 'ਚ ਜਾ ਕੇ ਦੇਖਿਆ। ਠੀਕ, ਸੋ ਇੱਥੇ ਸਾਨੂੰ ਅਸੀਂ ਜਿਸ ਲਈ ਹੁਣ ਵਾਪਸ ਆਏ ਹਾਂ ਤੇ ਸਾਨੂੰ ਇਹ ਤਿੰਨੇ ਜਾਨਵਰ ਇੱਕੋ ਲਾਈਨ ਦੇ ਵਿੱਚ ਮਿਲੇ। ਸਾਨੂੰ ਇਸ ਦੇ ਵਿੱਚ ਜਿਹੜੀ ਬੱਕਰੇ ਦੀ ਬਲੀ ਦਿੱਤੀ ਜਾਂਦੀ ਸੀ, ਜਿਹੜੀ ਭੇਡ ਦੀ ਬਲੀ ਦਿੱਤੀ ਜਾਂਦੀ ਸੀ, ਔਰ ਜਿਹੜੀ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਗਾਂ ਦੀ ਜਾਂ ਬਲਦ ਦੀ ਬਲੀ ਦਿੱਤੀ ਜਾਂਦੀ ਸੀ। ਔਰ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਕਿ ਇਸ ਦੇ ਨਾਲ ਹਾਰੂਨ ਦਾ ਟੱਬਰ ਔਰ ਲੇਵੀ ਖਾਨਦਾਨ
ਨੂੰ ਇਸ ਤਰ੍ਹਾਂ ਸਾਰਿਆਂ ਸੰਭਾਲਿਆ ਜਾਂਦਾ ਸੀ। ਉਹਨਾਂ ਚੀਜ਼ਾਂ ਨੂੰ ਅਸੀਂ ਦੇਖ ਚੁੱਕੇ, ਲੇਕਿਨ ਹੁਣ ਅਸੀਂ ਦੇਖਾਂਗੇ ਕਿ ਇਹ ਕਲੇਜੀ ਤਾਂ ਜਿਸਲੇ ਉਸਨੇ ਪ੍ਰਭੂ ਨੇ ਕਿਹਾ ਕਿ ਹਾरून ਵੰਸ਼ੀ ਪੁਰੋਹਿਤ ਆ ਕੇ ਚਾਰੇ ਪਾਸੇ ਛਿੜਕੇ ਮੇਲ ਵੇਦੀ ਦੇ ਵਿੱਚੋਂ ਅੱਗ ਦੀ ਭੇਂਟ ਕਰਕੇ ਇਹ ਚੀਜ਼ਾਂ ਪ੍ਰਭੂ ਦੇ ਅੱਗੇ ਚੜਾਵੇ, ਸਭ ਆਂਦਰਾਂ ਕਲੇਜੀ ਉਤਲੀ ਚਿੱਲੀ। ਸੋ ਇਹ ਚੀਜ਼ਾਂ ਪ੍ਰਭੂ ਉਹਨਾਂ ਦੇ ਉੱਤੇ ਚਾੜੇ, ਔਰ ਤਿੰਨਾਂ ਦੇ ਵਿੱਚ ਇੱਕ ਚੀਜ਼ ਕਾਮਨ, ਕਲੇਜੀ। ਇਸ ਦਾ ਕੀ ਕਾਰਨ? ਆਓ ਅਸੀਂ ਮੇਰੇ ਨਾਲ ਇੱਥੇ ਆਪਣਾ ਹੱਥ ਰੱਖਿਓ, ਕਿਉਂਕਿ ਇੱਥੋਂ ਅਸੀਂ ਗਵਾਉਣਾ ਨਹੀਂ ਮੰਗਦੇ। ਅਸੀਂ ਇੱਕ ਹਿੱਸਾ ਦੇਖਣਾ ਮੰਗਦੇ ਹਾਂ ਇਜ਼ੀਕੀਅਲ ਦੇ ਵਿੱਚ। ਇਜ਼ੀਕੀਅਲ ਦਾ 21ਵਾਂ ਭਾਗ, ਉਹਦੀ 18 ਤੋਂ ਲੈ ਕੇ 27 ਆਇਤ ਤੱਕ ਅਸੀਂ ਦੇਖਾਂਗੇ, ਔਰ ਉੱਥੇ ਸਾਨੂੰ ਪਤਾ ਲੱਗੇਗਾ, ਕਿਉਂਕਿ ਬਾਹਰੋਂ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਿਖਾ ਸਕਦਾ, ਲੇਕਿਨ ਸਾਨੂੰ ਇੱਥੋਂ ਇਹ ਪਤਾ ਲੱਗੇਗਾ ਕਿ ਪ੍ਰਭੂ ਦੇ ਵਚਨ ਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਹੈ। ਇਸ ਦਾ ਇਜ਼ਕੀਅਲ ਦਾ 21ਵਾਂ ਭਾਗ, ਪੰਨਾ ਹੈ 1267। ਔਰ ਇੱਥੇ ਪ੍ਰਭੂ ਬਹੁਤ ਸਮੇਂ ਤੋਂ ਬਾਅਦ, ਹੁਣ ਇਹ ਤਾਂ ਅਸੀਂ ਇਸ ਜਿੱਥੇ ਅਸੀਂ ਹੈਗੇ ਤੋਂ 1000 ਸਾਲ ਬਾਅਦ ਦੀਆਂ ਗੱਲਾਂ ਹੋਣਗੀਆਂ, ਤਾਂ ਜਿਸ ਵੇਲੇ ਪ੍ਰਭੂ ਦੇ ਲੋਕਾਂ ਨੇ ਪ੍ਰਭੂ ਦੇ ਖਿਲਾਫ ਬਗਾਵਤ ਕੀਤੀ, ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਹੁਣ ਮੈਂ ਤੁਹਾਨੂੰ ਪਰਾਈ ਧਰਤੀ ਤੇ ਘੱਲੂੰਗਾ। ਸੋ ਇੱਥੇ ਬਾਬਲ ਦੇ ਰਾਜੇ ਦੀ ਹੁਣ ਗੱਲ ਹੁੰਦੀ ਪਈ ਹੈ ਕਿ ਬਾਬਲ ਦਾ ਜਿਹੜਾ ਰਾਜਾ ਆਏਗਾ ਉਹ ਕਿਸ ਤਰ੍ਹਾਂ ਤੁਹਾਡੇ ਉੱਤੇ ਹੁਣ ਆਏਗਾ। ਸੋ ਆਓ ਅਸੀਂ ਇਸ ਦੀ 21ਵਾਂ ਭਾਗ, ਉਹਦੀ 18 ਆਇਤ ਤੋਂ ਲੈ ਕੇ 27 ਆਇਤ ਤੱਕ ਇਸ ਨੂੰ ਦੇਖੀਏ। ਬਾਬਲ ਦੇ ਰਾਜਾ ਦੀ ਤਲਵਾਰ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਦੋ ਰਾਹਾਂ ਉੱਤੇ ਨਿਸ਼ਾਨ ਲਾ, ਜਿਨ੍ਹਾਂ ਤੋਂ ਦੀ ਬਾਬਲ ਦਾ ਰਾਜਾ ਆਪਣੀ ਤਲਵਾਰ ਲੈ ਕੇ ਆਵੇ। ਉਹ ਦੋਵੇਂ ਰਾਹ ਇੱਕੋ ਹੀ ਦੇਸ਼ ਵਿੱਚੋਂ ਦੀ ਲੰਘਣੇ ਚਾਹੀਦੇ ਹਨ। ਜਿੱਥੇ ਉਹ ਦੋਵੇਂ ਮਿਲਣ ਉੱਥੇ ਤੂੰ ਨਿਸ਼ਾਨ ਲਾ। ਇੱਕ ਰਾਹ ਬਾਬਲ ਦੇ ਰਾਜਾ ਨੂੰ ਅਮੋਨੀ ਸ਼ਹਿਰ ਵੱਲ ਲੈ ਜਾਵੇਗਾ ਤੇ ਦੂਜਾ ਯਹੂਦਾ ਦੇ ਕਿਲੇ ਵਾਲੇ ਸ਼ਹਿਰ ਯਰੂਸ਼ਲਮ ਵੱਲ। ਬਾਬਲ ਦਾ ਰਾਜਾ ਦੁਰਾਹੇ ਉੱਤੇ ਖੜਾ ਹੋ ਕੇ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਉਹ ਕਿਸ ਰਾਹ ਤੋਂ ਨਹੀਂ ਜਾਵੇ। ਉਹ ਤੀਰਾਂ ਨੂੰ ਹਿਲਾਵੇਗਾ, ਬੁੱਤਾਂ ਤੋਂ ਪੁੱਛੇਗਾ ਤੇ ਬਲੀ ਕੀਤੇ ਜਾਨਵਰ ਦੀ ਕਲੇਜੀ ਨੂੰ ਧਿਆਨ ਨਾਲ ਦੇਖੇਗਾ। ਉਸ ਦੇ ਸੱਜੇ ਹੱਥ ਵਿਚਲਾ ਤੀਰ ਯਰੂਸ਼ਲਮ ਦੀ ਦਿਸ਼ਾ ਵੱਲ ਹੋਵੇਗਾ, ਜਿਸ ਦਾ ਅਰਥ ਹੈ ਕਿ ਉੱਥੇ ਜਾ ਕੇ ਕਿਲਾ ਤੋੜ, ਜੰਤਰ ਲਾ, ਯੁੱਧ ਦੀ ਲਲਕਾਰ ਮਾਰੋ, ਫਾਟਕ ਸਾਹਮਣੇ ਕਿਲਾ ਤੋੜ, ਜੰਤਰ ਲਾਓ, ਮਿੱਟੀ ਦੇ ਬੁਰਜ ਬਣਾਓ ਅਤੇ ਮੋਰਚੇ ਪੁੱਟੋ। ਯਰੂਸ਼ਲਮ ਦੇ ਲੋਕ ਇਸ ਉੱਤੇ ਵਿਸ਼ਵਾਸ ਨਹੀਂ ਕਰਨਗੇ, ਕਿਉਂਕਿ ਉਹਨਾਂ ਸੰਧੀ ਕਰ ਰੱਖੀ ਹੈ, ਪਰ ਇਹ ਅਗੰਮੀ ਵਾਕ ਉਹਨਾਂ ਦੇ ਪਾਪਾਂ ਨੂੰ ਯਾਦ ਕਰਾਏਗਾ ਤੇ ਉਹਨਾਂ ਨੂੰ ਚੇਤਾਵਨੀ ਦੇਵੇਗਾ ਕਿ ਉਹ ਬੰਦੀ ਬਣਾਏ ਜਾਣਗੇ। ਮੈਂ ਪ੍ਰਭੂ ਪਰਮੇਸ਼ਰ ਤੁਹਾਨੂੰ ਇਹ ਹੀ ਕਹਿ ਰਿਹਾ ਹਾਂ, ਤੁਹਾਡੇ ਪਾਪ ਪ੍ਰਗਟ ਕੀਤੇ ਜਾ ਚੁੱਕੇ ਹਨ। ਹਰ ਕੋਈ ਜਾਣਦਾ ਹੈ ਕਿ ਤੁਸੀਂ ਕਿੰਨੇ ਵੱਡੇ ਅਪਰਾਧੀ ਹੋ। ਤੁਹਾਡੇ ਤੋਂ ਪ੍ਰਗਟ ਹੁੰਦਾ ਹੈ ਕਿ ਤੁਹਾਡਾ ਹਰ ਕੰਮ ਤੁਹਾਡਾ ਪਾਪ ਹੈ। ਤੁਸੀਂ ਦੋਸ਼ੀ ਠਹਿਰ ਚੁੱਕੇ ਹੋ ਅਤੇ ਮੈਂ ਤੁਹਾਨੂੰ ਤੁਹਾਡੇ ਵੈਰੀ ਦੇ ਹੱਥੀਂ ਸੌਂਪ ਦੇਵਾਂਗਾ। ਹੋਰ ਪੜ੍ਹਨਾ ਹੈ ਇਜ਼ਰਾਈਲ। ਹਾਂਜੀ ਪੜ੍ਹਦੇ ਹੋ ਤੁਸੀਂ ਇਸ ਨੂੰ ਕੀ ਕਰਨਾ? ਓਕੇ। ਇਜ਼ਰਾਈਲ ਦੇ ਦੁਸ਼ਟ ਸ਼ਾਸਕ ਤੇ ਵੀ ਅੰਤਮ ਸਜ਼ਾ ਦਾ ਦਿਨ ਆ ਰਿਹਾ ਹੈ। ਮੈਂ ਪ੍ਰਭੂ ਪਰਮੇਸ਼ਰ ਨੇ ਤੁਹਾਨੂੰ ਕਿਹਾ ਹੈ, ਤੁਸੀਂ ਆਪਣੀਆਂ ਪਗੜੀਆਂ ਤੇ ਤਾਜ ਲਾ ਸੁੱਟੋ। ਕੋਈ ਚੀਜ਼ ਪਹਿਲੇ ਵਾਂਗ ਨਹੀਂ ਰਹੇਗੀ। ਗਰੀਬਾਂ ਨੂੰ ਉੱਪਰ ਉਠਾਓ, ਸ਼ਾਸਕਾਂ ਨੂੰ ਹੇਠਾਂ ਉਤਾਰੋ। ਤਬਾਹੀ, ਹਾਂ, ਮੈਂ ਸ਼ਹਿਰ ਨੂੰ ਤਬਾਹ ਕਰ ਦੇਵਾਂਗਾ, ਪਰ ਇਹ ਉਸ ਸਮੇਂ ਤੱਕ ਨਹੀਂ ਵਾਪਰੇਗਾ ਜਦੋਂ ਤੱਕ ਉਹ ਨਾ ਆ ਜਾਵੇ ਜਿਸ ਨੂੰ ਮੈਂ ਇਸ ਸ਼ਹਿਰ ਨੂੰ ਸਜ਼ਾ ਦੇਣ ਦੇ ਲਈ ਚੁਣਿਆ ਹੈ। ਫਿਰ ਮੈਂ ਇਸ ਨੂੰ ਉਸਦੇ ਹੱਥੀਂ ਸੌਂਪ ਦੇਵਾਂਗਾ। ਤਲਵਾਰ ਅਤੇ ਅਮੋਨੀ। ਮਾਨਵ ਪੁੱਤਰ, ਤੂੰ ਜੋ ਮੈਂ ਪ੍ਰਭੂ ਪਰਮੇਸ਼ਰ ਅਮੋਨੀ ਲੋਕਾਂ ਨੂੰ ਕਹਿ ਰਿਹਾ ਹਾਂ, ਉਸ ਦਾ ਐਲਾਨ ਕਰ, ਜੋ ਇਜ਼ਰਾਈਲ ਨੂੰ ਇਹ ਕਹਿ ਕੇ ਬੰਦ ਕਰਦੇ ਹਨ। ਤੂੰ ਉਹਨਾਂ ਨੂੰ ਇਹ ਕਹਿ, ਤਲਵਾਰ ਤਬਾਹੀ ਮਚਾਉਣ ਲਈ ਤਿਆਰ ਹੈ। ਉਹ ਕਤਲੇਆਮ ਕਰਨ ਲਈ ਤੇ ਬਿਜਲੀ ਵਾਂਗ ਲਿਸ਼ਕਾਰੇ ਮਾਰਨ ਲਈ ਚਮਕਾਈ ਜਾ ਰਹੀ ਹੈ। ਜੋ ਦਰਸ਼ਨ ਤੁਸੀਂ ਦੇਖਦੇ ਹੋ ਝੂਠੇ ਹਨ ਤੇ ਤੁਹਾਡੇ ਅਗੰਮੀ ਵਾਕ ਵਿਅਰਥ ਹਨ। ਤੁਸੀਂ ਦੁਸ਼ਟ ਅਤੇ ਬੁਰਿਆਰ ਹੋ ਅਤੇ ਤੁਹਾਡੀ ਅੰਤਮ ਸਜ਼ਾ ਦਾ ਦਿਨ ਆ ਰਿਹਾ ਹੈ। ਤੁਹਾਡੀਆਂ ਧੌਣਾਂ ਉੱਤੇ ਤਲਵਾਰ ਡਿੱਗਣ ਵਾਲੀ ਹੈ। ਤੂੰ ਤਲਵਾਰ ਮਿਆਨ ਵਿੱਚ ਪਾ। ਮੈਂ ਤੇਰਾ ਨਿਆਂ ਤੇਰੀ ਆਪਣੀ ਜਨਮ ਭੂਮੀ ਉੱਤੇ ਕਰਾਂਗਾ, ਜਿੱਥੇ ਤੂੰ ਪੈਦਾ ਹੋਇਆ ਸੀ। ਤੂੰ ਮੇਰੇ ਕ੍ਰੋਧ ਦੇ ਜ਼ੋਰ ਨੂੰ ਅਨੁਭਵ ਕਰੇਗਾ ਜਦੋਂ ਮੈਂ ਇਸ ਨੂੰ ਅੱਗ ਦੀ ਲਾਟ ਦੇ ਰੂਪ ਵਿੱਚ ਤੇਰੇ ਉੱਤੇ ਖੁੱਲਾ ਛੱਡ ਦੇਵਾਂਗਾ। ਮੈਂ ਤੈਨੂੰ ਅਤਿਆਚਾਰੀ ਤੇ ਤਬਾਹੀ ਮਚਾਉਣ ਵਾਲੇ ਮਨੁੱਖ ਦੇ ਹੱਥੀਂ ਸੌਂਪ ਦੇਵਾਂਗਾ। ਤੂੰ ਅੱਗ ਨਾਲ ਨਾਸ਼ ਕੀਤਾ ਜਾਵੇਗਾ। ਤੇਰਾ ਲਹੂ ਤੇਰੇ ਆਪਣੇ ਦੇਸ਼ ਵਿੱਚ ਡੁੱਲਿਆ ਜਾਵੇਗਾ ਤੇ ਤੈਨੂੰ ਕੋਈ ਯਾਦ ਨਹੀਂ ਕਰੇਗਾ। ਪ੍ਰਭੂ ਨੇ ਇਹ ਕਿਹਾ ਹੈ। ਆਮੀਨ।
ਸੋ ਹੁਣ ਇੱਥੇ ਸਜ਼ਾ ਅਸੀਂ ਦੇਖਦੇ ਪਏ ਹਾਂ ਅਬਰਾਹਮ ਦੀ ਸੰਤਾਨ ਔਰ ਲੂਤ ਦੀ ਸੰਤਾਨ ਦੇ ਉੱਤੇ। ਲੂਤ ਦੀ ਜਿਹੜੀ ਸੰਤਾਨ ਆ, ਜਿਹੜੀ ਉਸ ਦੀਆਂ ਧੀਆਂ ਤੋਂ ਪੈਦਾ ਹੋਈ ਸੀ, ਉਹ ਐਮਨਾਈਟ, ਅਮੋਨੀ। ਜੇਰੂਸਲਮ ਦੇ ਵਿੱਚ ਜਿਹੜੇ ਹੈਗੇ ਤੇ ਇਜ਼ਰਾਈਲ ਦੇ ਵਿੱਚ ਜਿਹੜੇ ਹੈਗੇ ਦੇਸ਼ ਦੇ ਦੋ ਹਿੱਸੇ ਬਣ ਚੁੱਕੇ ਆ। ਦੇਸ਼ ਫਟ ਗਿਆ, ਬਟਵਾਰਾ ਹੋ ਗਿਆ ਦੋਨਾਂ। 2.5 ਕਬੀਲੇ ਇੱਕ ਪਾਸੇ ਆ ਤੇ 9 ਕਬੀਲੇ ਦੂਸਰੇ ਪਾਸੇ। ਤੇ ਜਿਹੜਾ ਵਿੱਚ ਕਬੀਲਾ ਆ ਉਹ ਤੁਸੀਂ ਇਹ ਕਹਿ ਸਕਦੇ ਕਿ 2 ਕਬੀਲੇ ਇੱਕ ਪਾਸੇ ਆ ਤੇ 9 ਕਬੀਲੇ ਦੂਜੇ ਪਾਸੇ, ਤੇ ਇੱਕ ਕਬੀਲਾ ਸਾਰੇ ਚ ਖਿਲ ਰਿਹਾ ਆ, ਉਹ ਹੈ ਲੇਵੀਆਂ ਦਾ ਕਬੀਲਾ, ਲੋਤਾਂ ਦਾ ਕਬੀਲਾ। ਹੁਣ ਇੱਥੇ ਜਿਹੜੀ ਸਾਨੂੰ ਇੱਕ ਮੇਨ ਚੀਜ਼ ਮਿਲਦੀ ਪਈ ਆ, ਉਹ ਇਹ ਮਿਲਦੀ ਪਈ ਆ ਜਿਸ ਵੇਲੇ ਅਸੀਂ 21ਵੀਂ ਆਇਤ 21ਵਾਂ ਚੈਪਟਰ ਤੇ 21ਵੀਂ ਆਇਤ ਦੇ ਉੱਤੇ ਆਉਂਦੇ। ਹੁਣ ਦੇਖੋ ਇੱਥੇ ਕੀ ਕਹਿੰਦਾ, ਬਾਬਲ ਦਾ ਰਾਜਾ ਦੁਰਾਹੇ ਦੇ ਉੱਤੇ ਖੜਾ ਹੋ ਕੇ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਉਹ ਕਿਸ ਰਾਹ ਦੇ ਉੱਤੋਂ ਦੀ ਜਾ। ਸੋ ਉਸਨੇ ਹੁਣ ਬਲੀ ਦਿੱਤੀ, ਉਸਨੇ ਆਪਣੇ ਦੇਵਤਿਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਬਲੀ ਦਿੱਤੀ। ਉਹ ਦਰਾਹੇ ਦੇ ਉੱਤੇ ਖੜਾ, ਇੱਕ ਰਾਹ ਇੱਧਰ ਨੂੰ ਜਾ ਰਿਹਾ ਤੇ ਇੱਕ ਰਾਹ ਇੱਧਰ ਨੂੰ ਜਾ ਰਿਹਾ। ਸੋ ਉਹ ਇਹ ਸੋਚਦਾ ਪਿਆ ਕਿ ਮੇਰੇ ਕੋਲ ਨਾ ਫੌਜ ਆ, ਮੈਂ ਕਿੱਧਰ ਨੂੰ ਚੜਾਈ ਕਰਾਂ, ਪਹਿਲਾਂ ਮੈਂ ਅਮੋਨੀਆ ਤੇ ਚੜਾਈ ਕਰਾਂ ਕਿ ਮੈਂ ਜੇਰੂਸਲਮ ਨੂੰ ਜਾਵਾਂ। ਸੋ ਉਸਨੇ ਬਲੀ ਦਿੱਤੀ ਪਹਿਲਾਂ, ਫਿਰ ਉਸਨੇ ਆਪਣੇ ਤੀਰਾਂ ਨੂੰ ਹਿਲਾਇਆ ਔਰ ਉਹਨਾਂ ਨੂੰ ਹਵਾ ਦੇ ਵਿੱਚ ਸੁੱਟਿਆ। ਉਹ ਤੀਰ ਜਿਸਲੇ ਧਰਤੀ ਤੇ ਡਿੱਗੇ, ਜਿੱਧਰ ਨੂੰ ਉਹਨਾਂ ਦੀਆਂ ਚੁੰਝਾਂ ਗਈਆਂ, ਅਗਰ ਉਹ ਤੀਰ ਪਿੱਛੇ ਨੂੰ ਡਿੱਗਦੇ ਪਏ ਆ ਤੇ ਉਹ ਉਸਨੂੰ ਇਹ ਦੱਸਦੇ ਪਏ ਆ ਦੇਵਤੇ ਕਿ ਤੂੰ ਆਪਣੇ ਘਰ ਨੂੰ ਵਾਪਸ ਚਲ ਜਾ, ਤੇਰੀ ਜਿੱਤ ਨਹੀਂ ਹੋਣੀ। ਅਗਰ ਉਹ ਤੀਰ ਉਹਨਾਂ ਦੇ ਵਿੱਚੋਂ, ਪ੍ਰਭੂ ਕਹਿੰਦਾ ਮੈਂ ਇੱਕ ਤੀਰ ਜੇਰੂਸਲਮ ਦੇ ਵੱਲ ਦਾ, ਇੱਕ ਤੀਰ ਦਾ ਜੇਰੂਸਲਮ ਵੱਲ ਨੂੰ ਮੂੰਹ ਕਰੂੰਗਾ ਤੇ ਦੂਸਰਾ ਅਮੋਨੀਆ ਵੱਲ ਨੂੰ ਕਰੂੰਗਾ। ਔਰ ਫਿਰ ਉਹ ਬੁੱਤਾਂ ਤੋਂ ਸਲਾਹ ਲਏਗਾ, ਫਿਰ ਬਲੀ ਕੀਤੇ ਜਾਨਵਰ ਦੀ ਕਲੇਜੀ ਨੂੰ ਧਿਆਨ ਦੇ ਨਾਲ ਦੇਖੇਗਾ। What does it mean? ਆਓ ਮੈਂ ਤੁਹਾਨੂੰ ਚੀਜ਼ ਦਿਖਾਉਣਾ। ਸੋ ਅਗਰ ਅਸੀਂ ਦੇਖੀਏ ਤਾਂ ਆ ਜਾਨਵਰ ਦੀ ਕਲੇਜੀ ਆ, ਔਰ ਜਿਸ ਤਰ੍ਹਾਂ ਇਹ ਜਾਨਵਰ ਦੀ ਕਲੇਜੀ ਆ, ਇਸੇ ਤਰ੍ਹਾਂ ਦਾ ਉਹਨਾਂ ਨੇ ਇੱਕ ਜੰਤਰ ਬਣਾਇਆ ਹੁੰਦਾ ਸੀ। ਅਗਰ ਅਸੀਂ ਇਸ ਜੰਤਰ ਨੂੰ ਦੇਖੀਏ ਤਾਂ ਇਹ ਬਿਲਕੁਲ ਜਾਨਵਰ ਦੀ ਕਲੇਜੀ ਦੇ ਵਰਗਾ ਲੱਗਦਾ ਪਿਆ। ਔਰ ਅਗਰ ਹੋਰ ਵੀ ਇਹਦੇ ਬਰਾਬਰ ਜਿਹੜੀ ਪਿਕਚਰ ਉੱਥੇ ਦੇਖਣੀ ਹੋਵੇ ਤਾਂ ਆਹ ਦੇਖੋ, ਇਹ ਬਿਲਕੁਲ ਐਸ ਜਾਨਵਰ ਦੀ ਕਲੇਜੀ ਦੇ ਵਾਂਗ ਆਹ ਭਾਗ ਉੱਠਿਆ ਆ, ਬਿਲਕੁਲ ਉਹਦੇ ਮੂੰਹ। ਅਗਰ ਤੁਸੀਂ ਦੇਖੋਗੇ ਤਾਂ ਇਸ ਦੇ ਉੱਤੇ ਆ ਨੰਬਰ ਲਿਖਿਓ, ਔਰ ਇਹਨਾਂ ਸਾਰੇ ਨੰਬਰਾਂ ਦਾ ਮਤਲਬ ਆ ਸਾਰੇ ਦੇਖੋ, ਗਾਂ ਤੋਂ ਗਾਂ ਅਸੀਂ ਦੇਖਾਂਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਮਤਲਬ ਆ। ਆ ਚਰਬੀ ਜਿੱਥੇ ਜਿੱਥੇ ਹੈਗੀ ਇਹਦਾ ਕੀ ਮਤਲਬ ਆ, ਜੇ ਕਿਤੇ ਨਿਸ਼ਾਨ ਇੱਥੇ ਆਇਆ ਤੇ ਇਹਦਾ ਕੀ ਮਤਲਬ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਡਿਵੀਨੇਸ਼ਨ ਜਿੱਦਾਂ ਕਹਿੰਦੇ ਸੀਗੇ, ਤੇ ਉਹਨਾਂ ਨੇ ਇਸ ਤਰ੍ਹਾਂ 1 2 3 4 5 6 ਏਦਾਂ ਲਿਖੀਆਂ ਹੁੰਦੀਆਂ ਸੀ। ਅਗਰ ਨਿਸ਼ਾਨ ਇੱਥੇ ਆ ਇੱਕ ਕਲੇਜੀ ਦੇ ਉੱਤੇ ਤੇ ਇਹ ਇੱਥੇ ਆ ਤੇ ਇੱਕ ਨਿਸ਼ਾਨ ਇੱਥੇ ਆ, ਇਹਨਾਂ ਤਿੰਨਾਂ ਨੂੰ ਰਲਾ ਕੇ ਤਾਂ ਕੀ ਇਸ ਦਾ ਮਤਲਬ ਨਿਕਲਦਾ। ਸੋ ਉਹ ਇਸੇ ਤਰ੍ਹਾਂ, ਔਰ ਇੱਥੇ ਇਸ ਪਿਕਚਰ ਦੇ ਵਿੱਚ ਇੱਕ ਬੰਦਾ ਕਲੇਜੀ ਦੇ ਉੱਤੋਂ ਉਹ ਸਾਰੀਆਂ ਜਿਹੜੇ ਉਹਦੇ ਅਰਥ ਆ ਉਹ ਕੱਢਦਾ ਪਿਆ। ਇਹ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਕੋਲ ਉਹਨਾਂ ਦੇ ਜਾਦੂਗਰ ਹੁੰਦੇ ਸੀਗੇ, ਜਾਂ ਉਹਨਾਂ ਦੇ ਭਵਿੱਖ ਦੱਸਣ ਵਾਲੇ ਹੁੰਦੇ ਸੀਗੇ, ਜੋਸ਼ੀ ਹੁੰਦੇ ਸੀਗੇ, ਉਹ ਇਸ ਤਰੀਕੇ ਦੇ ਨਾਲ ਦੱਸਦੇ ਸੀ। ਸੋ ਪ੍ਰਭੂ ਨੇ ਕੀ ਕੀਤਾ, ਹੁਣ ਧਿਆਨ ਦੇ ਨਾਲ ਦੇਖੋ। ਪ੍ਰਭੂ ਨੇ ਕਿਹਾ ਕਿ ਤੁਸੀਂ ਜਾਨਵਰ ਦੀ ਕਲੇਜੀ ਰੱਖਣੀ ਹੈ। ਜਿਸ ਵੇਲੇ ਵੀ ਤੁਸੀਂ ਜਾਨਵਰ ਨੂੰ ਕੱਟਣਾ, ਉਹਦੀ ਜਿਹੜੀ ਕਲੇਜੀ, ਉਹਦੀ ਸਾਰੀ ਥੰਧਿਆਈ ਸਮੇਤ ਉਸ ਨੂੰ ਤੁਸੀਂ ਬਲੀ ਤੇ ਚੜਾ ਦੇਣਾ। ਠੀਕ, ਫਿਰ ਜਿਸ ਲਈ ਅਸੀਂ ਪਿੱਛੇ ਨੂੰ ਚਲੀਏ। ਸੋ ਉਹ ਅਸੀਂ ਦੇਖ ਲਿਆ ਕਿ ਪਰਾਈਆਂ ਕੌਮਾਂ ਕਿਸ ਤਰ੍ਹਾਂ ਕਰਦੀਆਂ ਸੀ। ਹੁਣ ਮੈਂ ਤੁਹਾਨੂੰ 20 ਪਰਾਈਆਂ ਕੌਮਾਂ ਦਿਖਾ ਸਕਦਾ ਹਿਸਟਰੀ ਦੇ ਵਿੱਚੋਂ, ਮੈਂ ਬਾਈਬਲ ਦੇ ਵਿੱਚੋਂ ਦਿਖਾਉਣਾ ਮੰਗਦਾ ਸੀ। ਤੇ ਉਹ ਆਪਣੀ ਕਲੇਜੀ ਤੋਂ ਪੁੱਛੇਗਾ, ਆਪਣੀ ਕਲੇਜੀ ਨੂੰ ਬੜੇ ਧਿਆਨ ਦੇ ਨਾਲ ਦੇਖੇਗਾ, ਤੇ ਫਿਰ ਉਹ ਕਹੇਗਾ ਕਿ ਇਹਦੇ ਇੱਥੇ ਮਾਰਕ ਲੱਗਾ ਆ, ਇਹਦੇ ਇੱਥੇ ਮਾਰਕ ਲੱਗਾ ਆ, ਤੇ ਇਹਦੇ ਇੱਥੇ ਮਾਰਕ ਲੱਗਾ ਆ, ਤੇ ਇਹ ਮਾਰਕਸ ਦਾ ਕੀ ਮਤਲਬ।
क्योंकि दो कलेजियां कदी अपने ਜਿਹੜੀਆਂ ਉਹਨਾਂ ਦੇ ਮੇਨ ਪਾਰਟ ਉਹ ਸੇਮ ਹੁੰਦੇ ਆ, ਲੇਕਿਨ ਜਿਹੜੇ ਉਹਨਾਂ ਤੇ ਨਿਸ਼ਾਨ ਹੁੰਦੇ ਆ ਉਹ ਕਦੀ ਸੇਮ ਨਹੀਂ। ਸੋ ਇਹ ਡਿਵੀਨੇਸ਼ਨ ਹਾਲੇ ਵੀ ਕੀਤੀ ਜਾਂਦੀ ਹੈ। ਇਹ ਬਹੁਤ ਬਹੁਤ ਤੇਜ਼ੀ ਦੇ ਨਾਲ ਵਾਪਸ ਸਾਡੀ ਇਸ ਦੁਨੀਆ ਦੇ ਵਿੱਚ ਆ ਰਹੀ ਹੈ। ਇਹ ਜਿੰਨੇ ਵੀ ਵਿਕਾ ਦੇ ਪੁਜਾਰੀ ਆ, ਜਿੰਨੇ ਵੀ ਇਹ ਸਟੈਨਿਕ ਕਲਟਾਂ ਨਵੀਆਂ ਉੱਠਦੀਆਂ ਪਈਆਂ, ਇਹ ਸਾਰੀਆਂ ਇਹ ਡਿਵੀਨੇਸ਼ਨ ਸਾਰੇ ਕਰਦੇ। ਸੋ ਪ੍ਰਭੂ ਨੇ ਕਿਹਾ ਕਿ ਇਹ ਜਾਦੂਗਰੀ ਜਿਹੜੀ ਇਹ ਕਰਦੇ ਆ ਲੋਕ, ਔਰ ਜਾਨਵਰ ਨੂੰ ਕੱਟਣ ਦਾ ਇਹੋ ਹੀ ਮਤਲਬ ਹੁੰਦਾ ਸੀ। ਜਿਹੜਾ ਬੰਦਾ ਜਾਨਵਰ ਨੂੰ ਲੈ ਕੇ ਆਇਆ ਨਾ, ਉਹ ਕੁਛ ਜਾਣਨਾ ਮੰਗਦਾ ਕਿ ਮੇਰੇ ਨਾਲ ਕੀ ਹੋਏਗਾ। ਉਹ ਕੋਈ ਸ਼ੁਕਰਗੁਜ਼ਾਰੀ ਨਹੀਂ ਗੀ, ਉਹ ਜਾਣਨਾ ਮੰਗਦਾ। ਔਰ ਉੱਥੋਂ ਪਤਾ ਲੱਗਦਾ, ਉੱਥੇ ਜਿਹੜਾ ਪ੍ਰੀਸਟ ਆ ਉਸਦੀ ਕਲੇਜੀ ਜਾਂ ਪ੍ਰੀਸਟਸ ਆ ਜਾਂ ਪੁਜਾਰੀ ਜਾਂ ਪੁਜਾਰਨ ਆ, ਉਹ ਉਸਦੀ ਕਲੇਜੀ ਨੂੰ ਲੈਂਦੇ, ਉੱਥੇ ਕਲੇਜੀ ਤੋਂ ਦੇਖਦੇ ਆ। ਫਿਰ ਉਹਨਾਂ ਨੇ ਜੋ ਉਹਨਾਂ ਦੀਆਂ ਆਪਣੀਆਂ ਪੋਥੀਆਂ ਪਾਥੀਆਂ ਲਿਖੀਆਂ ਉਹਨਾਂ ਦੇ ਵਿੱਚ ਜਾ ਕੇ ਦੇਖਦੇ ਆ ਕਿ ਇੱਥੇ ਇੱਥੇ ਤੇ ਇੱਥੇ ਨਿਸ਼ਾਨ ਆ, ਇਸ ਨਿਸ਼ਾਨ ਦਾ ਕੀ ਮਤਲਬ ਹੋਇਆ, ਇਸ ਨਿਸ਼ਾਨ ਦਾ ਕੀ ਮਤਲਬ ਹੋਇਆ, ਆਹ ਨਿਸ਼ਾਨ ਦਾ ਮਤਲਬ ਕੀ। ਫਿਰ ਉਹਨਾਂ ਤਿੰਨਾਂ ਨੂੰ ਰਲਾ ਕੇ ਤੇ ਫਿਰ ਉਸ ਨੂੰ ਜਵਾਬ। ਸੋ ਪ੍ਰਭੂ ਉੱਥੇ ਇਹ ਕਹਿ ਰਿਹਾ ਕਿ ਜਿਹੜੇ ਨਿਸ਼ਾਨ ਉਸ ਨੂੰ ਦੱਸਣਗੇ ਨਾ, ਜਿਹੜੇ ਉਹਨਾਂ ਨੇ ਆਪਣੇ ਆਪ ਦੇ ਲਈ ਚੀਜ਼ਾਂ ਬਣਾਈਆਂ ਆ, ਇਹ ਉਸ ਨੂੰ ਇਹ ਦਿਖਾਈ ਦੇਗਾ ਕਿ ਮੇਰੇ ਰਿਲੀਜਨ ਦੇ ਅਨੁਸਾਰ, ਮੇਰੇ ਧਰਮ ਦੇ ਅਨੁਸਾਰ ਮੈਨੂੰ ਜਿੱਤ ਮਿਲੇ। ਲੇਕਿਨ ਪ੍ਰਭੂ ਦੇ ਲੋਕਾਂ ਨੂੰ ਇਸ ਚੀਜ਼ ਦੇ ਲਈ ਖਾਸ ਮਨਾਹੀ ਕੀਤੀ ਗਈ ਸੀ। ਅਗਰ ਤੁਸੀਂ ਮੇਰੇ ਨਾਲ ਯਸਾਇਆ 90 ਦੇ ਵਿੱਚ ਆਓ ਤਾਂ ਅਸੀਂ ਉਸਦਾ ਦੇਖ 43ਵਾਂ ਪਾਠ ਸੋ ਆਓ ਅਸੀਂ 41ਵਾਂ ਭਾਗ ਉਸਦੀ 21 ਆਇਤ ਤੋਂ ਲੈ ਕੇ ਉਸਦੀ 24 ਆਇਤ ਤੱਕ। ਪੰਨਾ ਹੈ 1086। ਮੈਂ ਪੜ੍ਹ ਦਣਾ। ਓਕੇ, ਪੜ੍ਹ ਦੋ। ਝੂਠੇ ਦੇਵਤਿਆਂ ਨੂੰ ਪ੍ਰਭੂ ਦਾ ਲਲਕਾਰਨਾ। ਇਜ਼ਰਾਈਲ ਦਾ ਰਾਜਾ ਪ੍ਰਭੂ ਕਹਿੰਦਾ ਹੈ, ਹੇ ਕੌਮਾਂ ਦੇ ਦੇਵਤਿਓ, ਤੁਸੀਂ ਆਪਣੇ ਸੰਬੰਧ ਵਿੱਚ ਚੰਗੇ ਤੋਂ ਚੰਗੇ ਸਬੂਤ ਲੈ ਕੇ ਆਵੋ। ਤੁਸੀਂ ਦੱਸੋ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ, ਤਾਂ ਜੋ ਅਸੀਂ ਜਾਣੀਏ ਕਿ ਇਹ ਕਦੋਂ ਵਾਪਰੇਗਾ। ਤੁਸੀਂ ਪਿੱਛੋਂ ਗੁਜ਼ਰ ਚੁੱਕੀਆਂ ਘਟਨਾਵਾਂ ਬਾਰੇ ਦੱਸੋ ਕਿ ਉਹਨਾਂ ਦਾ ਕੀ ਅਰਥ ਸੀ। ਤਾਂ ਤੁਸੀਂ ਭਵਿੱਖ ਬਾਰੇ ਦੱਸੋ ਤਾਂ ਅਸੀਂ ਸਵੀਕਾਰ ਕਰਾਂਗੇ ਕਿ ਤੁਸੀਂ ਸੱਚੇ ਮੁੱਚੇ ਦੇਵਤੇ ਹੋ। ਕੋਈ ਭਲਾ ਜਾਂ ਬੁਰਾ ਕੰਮ ਕਰਕੇ ਸਾਨੂੰ ਹੈਰਾਨ ਅਤੇ ਭੈਭੀਤ ਤੁਸੀਂ ਕੁਝ ਵੀ ਨਹੀਂ ਹੋ, ਕੁਝ ਨਹੀਂ ਕਰ ਸਕਦੇ ਹੋ, ਇਸ ਲਈ ਤੁਹਾਨੂੰ ਮੰਨਣ ਵਾਲੇ ਘਿਨਾਉਣਾ ਕੰਮ ਕਰਦੇ ਹਨ। ਸੋ ਅਸੀਂ ਕੀ ਦੇਖਿਆ ਇਸ ਚੀਜ਼ ਦੇ ਵਿੱਚ? ਪ੍ਰਭੂ ਉਹਨਾਂ ਨੂੰ ਲਲਕਾਰਦਾ ਪਿਆ, ਔਰ ਦੂਜੀ ਜਗ੍ਹਾ ਤੇ ਪ੍ਰਭੂ ਇਹ ਕਹਿ ਰਿਹਾ ਆਪਣੇ ਲੋਕਾਂ ਨੂੰ ਕਿ ਜਾ ਕੇ ਆਪਣੇ ਦੇਵੀ ਦੇਵਤੇ ਲੈ ਕੇ ਆਓ, ਜਾਂ ਆਪਣੇ ਜੋਸ਼ੀਆਂ ਨੂੰ ਲੈ ਕੇ ਆ, ਔਰ ਉਹਨਾਂ ਨੂੰ ਪੁੱਛ ਕੇ ਤੁਹਾਡੇ ਨਾਲ ਕੀ ਹੋਣ ਵਾਲਾ, ਔਰ ਜੋ ਤੇਰੇ ਤੇ ਉਹ ਤੈਨੂੰ ਦੱਸਣਗੇ ਉਹ ਤੋਂ ਉਲਟ ਮੈਂ ਕਰਾਂ। ਤੈਨੂੰ ਫਿਰ ਪਤਾ ਲੱਗੇਗਾ ਕਿ ਮੈਂ ਜਿਉਂਦਾ ਕਿ ਮੈਂ ਮਰਿਆ। ਕਿਉਂਕਿ ਉਹ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਆ ਜਿੱਥੇ ਲਿਖਿਆ ਹੈ ਕਿ ਜੇ ਇੱਥੇ ਨਿਸ਼ਾਨ ਲੱਗਾ ਤੇ ਇੱਥੇ ਨਿਸ਼ਾਨ ਲੱਗਾ ਤੇ ਇੱਥੇ ਨਿਸ਼ਾਨ ਲੱਗਾ, ਇਹਨਾਂ ਤਿੰਨਾਂ ਦਾ ਕੀ ਮਤਲਬ ਆ? ਜੇ ਉੱਤੇ ਨਿਸ਼ਾਨ ਲੱਗਾ, ਥੱਲੇ ਨਿਸ਼ਾਨ ਹੈਗਾ ਆ, ਇੱਧਰਲੇ ਪਾਸੇ ਨਿਸ਼ਾਨ ਹੈਗਾ, ਉਹਦਾ ਕੀ ਮਤਲਬ ਆ? ਉਹ ਤਾਂ ਉਹਨਾਂ ਦੀਆਂ ਕਿਤਾਬਾਂ ਜਿਹਨਾਂ ਤੋਂ ਦੇਖ ਕੇ ਦੱਸੀ ਜਾਂਦੇ, ਜਿੱਦਾਂ ਸਾਡੇ ਜੋਸ਼ੀ ਕਰਦੇ ਆ। ਉਹ ਕਹਿੰਦਾ ਫਿਰ ਮੈਂ ਉਹਨਾਂ ਨੂੰ ਸਭ ਕੁਛ ਉਲਟਾ ਕਰੂੰਗਾ। ਲੇਕਿਨ ਇੱਥੇ ਅਜ਼ੀਕੀਅਲ ਦੀ ਕਿਤਾਬ 'ਚ ਕਹਿੰਦਾ ਕਿ ਮੈਂ ਉਹਨਾਂ ਨੂੰ ਉਹੀ ਚੀਜ਼ਾਂ ਦਿਖਾਊਂਗਾ ਜਿਹੜੀ ਉਹਨਾਂ ਨੂੰ, ਉਹ ਰਾਜੇ ਨੂੰ, ਬਾਬਲ ਦੇ ਰਾਜੇ ਨੂੰ ਇਹ ਦੱਸੇਗੀ ਕਿ ਤੇਰੀ ਜਿੱਤ ਹੋਏਗੀ। ਤੂੰ ਇੱਧਰ ਵੀ ਜਾ ਤੇ ਉੱਧਰ ਵੀ ਜਾ, ਤੂੰ ਫੌਜ ਵੰਡ ਕੇ ਘੱਲ ਤੇ ਦੋਨਾਂ ਦਾ ਨਾਸ ਕਰ। ਕਿਉਂ? ਕਿਉਂਕਿ ਮੇਰੀ ਕੌਮ, ਮੈਂ ਇਹਨਾਂ ਨੂੰ ਬਹੁਤ ਦੇਰ ਦਾ ਚੱਲਦਾ ਆ ਰਹੀ, ਪਰ ਹੁਣ ਇਹਨਾਂ ਦੀ ਸਜ਼ਾ ਦੇ ਦਿਨ। ਸੋ ਅਸੀਂ ਕੀ ਇੱਥੇ ਦੇਖਦੇ ਪਏ? ਬੇਸਿਕਲੀ ਜਿਹੜੀ ਮੈਂ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿ ਪ੍ਰਭੂ ਕਿਉਂ ਕਹਿ ਰਿਹਾ ਉਹਨਾਂ ਨੂੰ। ਦੇਖੋ ਪ੍ਰਭੂ ਦਾ ਰਹਿਮ ਦੇਖੋ। ਪ੍ਰਭੂ ਉਹਨਾਂ ਨੂੰ ਕਿਉਂ ਕਹਿ ਰਿਹਾ ਕਿ ਇਹ ਜਿਹੜਾ ਲਿਵਰ ਆ, ਇਹ ਸਾਰਾ ਜਿਹੜਾ ਹੈਗਾ, ਇਹਨੂੰ ਸਾਰੇ ਦਾ ਸਾਰਾ ਇਹਦੀ ਚਰਬੀ ਸਮੇਤ ਤੁਸੀਂ ਚੜਾ ਦਿਓ।
ਔਰ ਇਹੋ ਹੀ ਚੀਜ਼ ਪ੍ਰਭੂ ਨੇ ਗਾਂ ਜਾ ਕੇ ਅਸੀਂ ਦੇਖੀਏ, ਇਸ ਚੈਪਟਰ ਦੇ ਵਿੱਚ ਦੇਖੀਏ ਤਾਂ ਉਸ ਦੇ ਵਿੱਚ ਉਸਨੇ ਕਿਡਨੀ ਔਰ ਪੂਛ ਦੇ ਲਈ ਇਹ ਚੀਜ਼ ਕਹੀ। ਔਰ ਕਿਉਂਕਿ ਜਿਹੜੀ ਜਰੂਸਲਮ ਦੇ ਵਿੱਚ ਔਰ ਇਜ਼ਰਾਈਲ ਦੇ ਵਿੱਚ ਜਦੋਂ ਉਹ ਭੇਡ ਪਾੜੀ ਜਾਂਦੀ ਸੀਗੀ, ਜਿਨ੍ਹਾਂ ਵਿੱਚ ਹਾਲੇ ਵੀ ਉਹ ਭੇਡਾਂ ਪਾੜੀਆਂ ਜਾਂਦੀਆਂ, ਜਿਨ੍ਹਾਂ ਦੀ ਜੈਂਟਸ ਉਹ ਇਜਿਪਟ ਤੋਂ ਮਿਸਰ ਤੋਂ ਲੈ ਕੇ ਆਏ ਸੀ, ਉਸ ਭੇਡ ਦੀ ਪੂਛ ਕਾਫੀ ਲੰਬੀ ਹੁੰਦੀ ਹੈ ਔਰ ਜਿਹੜੀ ਉਹਦੀ ਸਾਰੀ ਦੀ ਸਾਰੀ ਜਿਹੜੀ ਪੂਛ ਆ ਉਹ ਫੈਟ ਦੇ ਨਾਲ ਭਰੀ ਹੁੰਦੀ ਹੈ। ਔਰ ਇਜਿਪਟ ਦੇ ਵਿੱਚ ਉਹ ਪ੍ਰੋਹਤ ਨੂੰ ਖਾਣ ਦੇ ਲਈ ਦਿੱਤੀ ਜਾਂਦੀ ਸੀ ਕਿਉਂਕਿ ਉਸ ਨੂੰ ਡੈਲੀਕੇਸੀ ਮੰਨਿਆ ਜਾਂਦਾ ਸੀ। ਉਹ ਜਿੱਥੋਂ ਆਏ ਸੀ ਉਹਨਾਂ ਨੇ ਇਹ ਚੀਜ਼ ਉੱਥੇ ਹੁੰਦੀ ਦੇਖੀ ਸੀ। ਸੋ ਪ੍ਰਭੂ ਨੇ ਕਿਹਾ ਕਿ ਉਹ ਤੁਸੀਂ ਜਿਸਲੇ ਵੇਦੀ ਦਾ ਚੱਲ ਰਿਹਾ ਹੋਵੇ ਤਾਂ ਉਹ ਪਹਿਲਾਂ ਵੇਦੀ ਦੇ ਵਿੱਚ ਤੁਸੀਂ ਉਸ ਨੂੰ ਪਾਉਣਾ। ਕੀ ਪ੍ਰਭੂ ਨੇ ਕਿਹਾ, ਜੇਕਰ ਉਹ ਮੇਲ ਬਲੀ ਇੱਜੜ ਦੇ ਵਿੱਚੋਂ ਹੈ, ਬੱਜ ਰਹਿਤ, ਉਹ ਬੱਜ ਰਹਿਤ ਬੱਕਰੇ ਜਾਂ ਭੇਡੂ ਦੀ ਹੋਵੇ। ਜੇਕਰ ਇਹ ਬਲੀ ਲੇਲੇ ਦੀ ਹੈ ਤਾਂ ਬਲੀ ਚੜਾਉਣ ਵਾਲਾ ਉਸਦੇ ਸਿਰ ਦੇ ਉੱਤੇ ਹੱਥ ਰੱਖ ਕੇ ਲੇਲੇ ਨੂੰ ਤੰਬੂ ਦੇ ਬੂਹੇ ਦੇ ਬਾਹਰ ਕੱਢੇ। ਹਰੂਨ ਵੰਸ਼ੀ ਪੁਰੋਹਿਤ ਉਸਦਾ ਲਹੂ ਲੈ ਕੇ ਚਾਰੇ ਪਾਸੇ ਛਿੜਕਣ। ਸੇਮ ਥਿੰਗ, ਉਸ ਬਲੀ ਦੇ ਇਹ ਅੰਗ ਪ੍ਰਭੂ ਦੇ ਅੱਗੇ ਬਲੀ ਕਰਕੇ ਚੜਾਏ ਦੇ ਜਾਣ। ਚਰਬੀ, ਪੂਰੀ ਪੂੰਛ, ਆਂਦਰਾਂ ਅਤੇ ਉਤਲੀ ਸਾਰੀ ਚਰਬੀ, ਦੋਵੇਂ ਗੁਰਦੇ। ਹੁਣ ਇੱਥੇ ਇੱਕ ਐਕਸਟਰਾ ਚੀਜ਼ ਆ ਗਈ, ਦੋਵੇਂ ਗੁਰਦੇ ਅਤੇ ਉਹਨਾਂ ਉਤਲੀ ਚਰਬੀ ਸਮੇਤ ਅਤੇ ਕਲੇਜੀ ਉਤਲੇ ਝਿੱਲੀ, ਇਹ ਸਭ ਚੀਜ਼ਾਂ ਪ੍ਰੋਹਤ ਭੋਜ ਦੇ ਭੇਂਟ ਕਰਕੇ ਪ੍ਰਭੂ ਦੇ ਅੱਗੇ ਵੇਦੀ ਉੱਤੇ ਸਾੜੇ। ਅਗੇਨ ਉਹ ਕਿਉਂਕਿ ਉਸ ਦੇ ਵਿੱਚੋਂ ਫੈਟ ਦੇ ਵਿੱਚ ਇੱਕ ਮਹਿਕ ਜਿਸ ਲਈ ਉੱਠਦੀ ਆ, ਸਾਰੇ ਪਾਸੇ ਖਿਲਰ ਜਾਂਦੀ ਆ, ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਬੜੀ ਚੜਾਈ ਗਈ। ਸਾਰਿਆਂ ਦਾ ਧਿਆਨ ਉਸ ਵੇਲੇ ਪ੍ਰਭੂ ਦੇ ਮੰਦਿਰ ਵੱਲ ਨੂੰ, ਔਰ ਸਾਰਿਆਂ ਦਾ ਜਿਹੜਾ ਮਨ ਆ ਉਹ ਪ੍ਰਭੂ ਦੇ ਉੱਤੇ ਲੱਗਾ ਹੁੰਦਾ। ਸਾਰਿਆਂ ਨੂੰ ਇਹ ਚੇਤੇ ਆ ਜਾਂਦਾ ਕਿ ਅਸੀਂ ਇਹ ਬਲੀਆਂ ਇਸ ਕਰਕੇ ਦਿੰਨੇ ਪਏ, ਖੁਸ਼ੀ ਦੀਆਂ ਬਲੀਆਂ, ਕਿਉਂਕਿ ਪ੍ਰਭੂ ਨੇ ਸਾਨੂੰ ਆਜ਼ਾਦ ਕੀਤਾ। ਅਸੀਂ ਹੁਣ ਆਜ਼ਾਦ ਲੋਕ। ਸਾਡਾ ਪ੍ਰਭੂ ਦੇਖੋ ਕਿੰਨਾ ਨੇੜੇ ਹੋ ਕੇ ਸਾਡੀ ਸੁਣਦਾ ਪਿਆ, ਕਿੰਨੀ ਸਾਡੀ ਨਜ਼ਦੀਕੀ ਕਰਦਾ ਪਿਆ। ਲੇਕਿਨ ਇੱਥੇ ਜਿਹੜੀ ਚੀਜ਼ ਕਹੀ ਗਈ ਆ ਉਹ ਗੁਰਦੇ। ਅੱਛਾ, ਹੁਣ ਸਾਡੇ ਸ਼ਬਦਾਂ ਦੇ ਵਿੱਚ ਹੇਰ ਫੇਰ ਆ ਜਾਂਦਾ। ਅਗਰ ਅਸੀਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ, ਸੋ ਇਹ ਅਸਲ ਦੇ ਵਿੱਚ ਲੇਲੇ ਦੀ ਕਿਡਨੀ ਆ, ਠੀਕ। ਤੇ ਪ੍ਰਭੂ ਕਹਿ ਰਿਹਾ ਕਿ ਇਸ ਨੂੰ ਮੇਰੇ ਅੱਗੇ ਚੜਾਉਣਾ। ਹੁਣ ਜਿਸ ਲਈ ਇਸ ਨੂੰ ਕੱਟਿਆ ਗਿਆ ਤਾਂ ਦੇਖੋ ਇਹ ਕਿਸ ਤਰ੍ਹਾਂ ਦਾ ਰੂਪ ਬਣਾਉਂਦੀ ਪਈ ਆ, ਕਿਉਂਕਿ ਪਿਆਰ ਸ਼ਬਦ ਉਹਨਾਂ ਦਿਨਾਂ ਦੇ ਵਿੱਚ ਵੀ ਇਸ ਚੀਜ਼ ਦੇ ਨਾਲ ਜਾਣਿਆ ਜਾਂਦਾ। ਹੁਣ ਅਗਰ ਅਸੀਂ ਆਪਣੇ ਦਿਲ ਨੂੰ ਦੇਖੀਏ, ਅਸੀਂ ਸਿਰਫ ਇੰਦਾ ਹੈਗਾ ਕਿ ਅਸੀਂ ਇੱਕ ਔਰਗਨ ਬਦਲ ਲਿਆ। ਉਹਨਾਂ ਦਿਨਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਮੈਂ ਆਪਣੇ ਗਹਿਰੇ ਗੁਰਦਿਆਂ ਦੇ ਨਾਲ ਤੈਨੂੰ ਪਿਆਰ ਕਰਦਾ, ਜਾਂ ਤੈਨੂੰ ਆਪਣੇ ਗੁਰਦਿਆਂ ਤੋਂ ਤੈਨੂੰ ਮੈਂ ਨਫ਼ਰਤ ਕਰਦਾ। ਹਾਰਟ ਨਹੀਂ ਕਿਹਾ ਜਾਂਦਾ ਸੀ। ਔਰ ਅਸੀਂ ਅੱਜ ਕੱਲ੍ਹ ਕੀ ਕਹਿਣਾ ਸ਼ੁਰੂ ਕਰ ਦਿੱਤਾ, ਅਸੀਂ ਉਹਦੀ ਜਗ੍ਹਾ ਤੇ ਦਿਲ ਲਿਆ। ਸਾਡੇ ਵਿੱਚ ਕੋਈ ਖਾਸ ਫਰਕ ਨਹੀਂ ਆਇਆ। ਪਰ ਕੀ ਅਸੀਂ ਦਿਲ ਨਾਲ ਪਿਆਰ ਕਰਦੇ ਹਾਂ? ਐਬਸੋਲੂਟਲੀ ਨਾਟ। ਦਿਲ ਤੱਕ ਪੰਪ, ਉਹ ਖੂਨ ਨੂੰ ਪੰਪ ਕਰਦਾ ਪਿਆ, ਉਹਦੀ ਕੋਈ ਜਵਾਬ ਨਹੀਂ। ਸੋ ਪਿਆਰ ਕੀ ਹੈ? ਇਟਸ ਹਾਰਮੋਨ। ਸਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਕੋਈ ਰਿਲੀਜ਼ ਹੁੰਦੀ ਆ, ਜਿਸ ਦਾ ਦਾ ਸਾਰਾ ਸਾਡੀਆਂ ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਸਵਾਦ ਦੇ ਨਾਲ, ਸੈਂਸਸ ਦੇ ਨਾਲ ਚੀਜ਼ ਜੁੜੀ ਹੋਈ। That's exactly what it is. It's an emotion. ਠੀਕ। ਸੋ ਅਸੀਂ ਸਿਰਫ ਉਹ ਗੁਰਦਿਆਂ ਦੇ ਨਾਲ ਕਹਿੰਦੇ ਸੀ ਤਾਂ ਅਸੀਂ ਦਿਲ ਨਾਲ ਕਹਿਣਾ ਸ਼ੁਰੂ ਕਰ ਦਿੱਤਾ, ਪਰ ਸਾਡਾ ਨਿਸ਼ਾਨ ਨਹੀਂ ਬਦਲਿਆ। ਜਿਸ ਲਈ ਅਸੀਂ ਦਿਲ ਬਣਾਉਂਦੇ ਹਾਂ, ਹਾਲੇ ਵੀ ਉਹ ਜਿਸ ਲਈ ਜੇ ਕਿਡਨੀ ਨੂੰ ਖੋਲ ਦਿੱਤਾ ਜਾਵੇ ਗੱਭਿਓਂ, ਤੇ ਉਹ ਵੀ ਦਿਲ ਦਾ ਨਿਸ਼ਾਨ ਬਣਾਉਂਦੀ ਹੈ, ਪਰ ਸਾਡਾ ਹਾਰਟ ਨਹੀਂ ਦਿਲ ਦਾ ਨਿਸ਼ਾਨ ਬਣਾਉਂਦਾ। ਪਰ ਕਿਹਾ ਜਾਂਦਾ ਹੈ। ਸੋ ਅਸੀਂ ਕੋਈ ਖਾਸ ਦੂਰੀ ਤੱਕ ਨਹੀਂ ਆਏ, ਲੇਕਿਨ ਕਿਉਂਕਿ ਪਿਆਰ ਦੇ ਲਈ ਉਸ ਆਰਗਨ ਨੂੰ ਯੂਜ਼ ਕੀਤਾ ਜਾਂਦਾ ਸੀ, ਉਸ ਲਈ ਕਿ ਪ੍ਰਭੂ ਉਸ ਨੂੰ ਕਹਿ ਰਿਹਾ ਕਿ ਤੁਸੀਂ ਗੁਰਦਿਆਂ ਨੂੰ ਵੀ ਚੜਾ ਦੇਣਾ। ਕਾਰਨ ਕੀ ਹੈ? ਕਿ ਅਸੀਂ ਤੈਨੂੰ ਪਿਆਰ ਕਰਦੇ, ਸਾਡਾ ਪਿਆਰ ਤੇਰੇ ਲਈ। ਔਰ ਇਸ ਕਰਕੇ
ਪ੍ਰਭੂ ਉਹਨਾਂ ਨੂੰ ਇਹ ਚੀਜ਼ਾਂ ਚੜਾਉਣ ਦੇ ਲਈ ਦਿੰਦਾ ਪਿਆ। ਇਹ ਚੀਜ਼ਾਂ ਉਹ ਪ੍ਰਭੂ ਦੇ ਕੋਲ ਲੈ ਕੇ ਆ ਰਹੇ ਹਨ। ਸੋ ਦੇਖੋ, ਇੱਕ ਬਲੀ ਦੇ ਰਾਹੀਂ ਪ੍ਰਭੂ ਨੇ ਬਲੀਆਂ ਕਿਉਂ ਉਹਨਾਂ ਨੂੰ ਦਿੱਤੀਆਂ, ਕਿਉਂ ਬਲੀਆਂ ਦਿੰਦੇ ਪਏ ਆ? ਪ੍ਰਭੂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਚੀਜ਼ਾਂ ਦੇ ਵਿੱਚ ਡਿੱਗ ਨਾ ਪੈਣ, ਇਸ ਕਰਕੇ ਵੀ ਪ੍ਰਭੂ ਉਹਨਾਂ ਨੂੰ ਬਚਾਉਂਦਾ ਪਿਆ। ਹੁਣ ਮਾਸਤਾਵਾਂ ਨੇ ਖਾਣਾ ਹੀ ਖਾਣਾ ਉੱਥੇ ਜਾ ਕੇ, ਕਿਤੇ ਮੰਦਿਰਾਂ ਦੇ ਵਿੱਚ ਜਾ ਕੇ ਉਹ ਇਹ ਕੰਮ ਕਰਨਾ ਨਾ ਉੱਥੇ ਸ਼ੁਰੂ ਕਰ ਦੇ। ਪ੍ਰਭੂ ਉਹਨਾਂ ਚੀਜ਼ਾਂ ਤੋਂ ਇਹਨਾਂ ਨੂੰ ਬਚਾਉਂਦਾ ਪਿਆ। ਸੋ ਦੇਖੋ, ਇੱਕ ਚੀਜ਼ ਦੇ ਨਾਲ ਪ੍ਰਭੂ ਕਿੰਨੀਆਂ ਚੀਜ਼ਾਂ ਕਰਦਾ ਪਿਆ। ਪਰ ਕੱਲ ਅਸੀਂ ਜਿਹੜਾ ਬਚਨ ਚ ਪੜ੍ਹਦੇ ਪਏ ਸੀ ਕਿ ਕੀ ਪ੍ਰਭੂ ਤੂੰ ਬਲੀਆਂ ਤੋਂ ਖੁਸ਼ ਹੋਣਾ? ਤੇ ਦਾਊਦ ਕਹਿੰਦਾ ਮੈਂ ਚੜਾਉਣਾ, ਪਰ ਤੂੰ ਤਾਂ ਟੁੱਟੇ ਮਨ ਤੋਂ ਖੁਸ਼ ਹੋਣਾ, ਬਲੀਆਂ ਤੋਂ ਖੁਸ਼ ਨਹੀਂ ਹੋਣਾ, ਟੁੱਟੇ ਮਨ ਤੋਂ ਖੁਸ਼ ਹੋਣਾ। ਮਸੀਹ ਦੀ ਸਲੀਬ ਦੇਖ ਕੇ ਵੀ ਸਾਡਾ ਦਿਲ ਟੁੱਟਦਾ, ਸਾਡਾ ਮਨ ਛੇਦ ਹੁੰਦਾ ਅਸੀਂ ਇਸ ਨੂੰ ਦੇਖਦੇ ਹਾਂ। ਔਰ ਇਸ ਕਰਕੇ ਸਾਡੇ 'ਚ ਇੱਕ ਐਸੀ ਚੀਜ਼ ਉੱਥੇ ਪੈਦਾ ਹੁੰਦੀ ਆ ਜਿਹੜੀ ਸਾਨੂੰ ਨਮਰ ਕਰਕੇ ਰੱਖ ਦਿੰਦੀ ਹੈ। ਚਾਹੇ ਉਹ ਬੰਦਾ ਅਮੀਰ ਆ ਤੇ ਚਾਹੇ ਉਹ ਗਰੀਬ ਆ, ਇੱਕੋ ਚੀਜ਼ ਉਸ ਨੂੰ ਖਿੱਚਦੀ ਆ ਆਪਣੇ ਵੱਲ, ਮਸੀਹ ਦੀ ਸਲੀਬ, ਮਸੀਹ ਦੀ ਸਲੀਬ। ਪਰ ਇਹਨਾਂ ਬਲੀਆਂ ਦੇ ਰਾਹੀਂ ਪ੍ਰਭੂ ਆਪਣੇ ਲੋਕਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਾਉਣ ਜਾ ਰਿਹਾ। ਇਹਨਾਂ ਬਲੀਆਂ ਦੇ ਰਾਹੀਂ ਪ੍ਰਭੂ ਆਪਣੇ ਚੁਣੇ ਹੋਏ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਭੂ ਦੇ ਨਾਲ ਜੋੜ ਕੇ ਰੱਖਣਾ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਪਿਆ। ਔਰ ਇਹਨਾਂ ਬਲੀਆਂ ਦੇ ਰਾਹੀਂ ਉਹਨਾਂ ਨੂੰ ਚੇਤੇ, ਹਮੇਸ਼ਾ ਚੇਤੇ ਰਹਿੰਦਾ ਕਿ ਲਹੂ ਦੇ ਵਿੱਚ ਜਾਨ ਤੇ ਲਹੂ ਬਹਾਏ ਬਗੈਰ ਮੁਕਤੀ ਨਹੀਂ। ਔਰ ਇੱਕ ਆ ਰਿਹਾ ਜਿਸ ਨੇ ਸਾਨੂੰ ਬਚਾਇਆ। ਆਓ ਦੁਆ ਕਰੀਏ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ ਦੇ ਲਈ। ਬਹੁਤ ਸਾਰੀਆਂ ਇਹਨਾਂ ਵਿੱਚੋਂ ਚੀਜ਼ਾਂ ਖੁਦਾਵੰਦ ਜਿਹੜੀਆਂ ਅਸੀਂ ਸਮਝ ਨਹੀਂ ਸਕਦੇ। ਹੋਰ ਕਿੰਨਾ ਕੁਛ ਆ ਪ੍ਰਭੂ ਜੀ ਇਸ ਦੇ ਵਿੱਚ ਜਿਹੜਾ ਸਾਡੇ ਛੋਟੇ ਦਾਇਰੇ ਦੇ ਵਿੱਚ ਨਹੀਂ ਆਉਂਦਾ। ਚਾਹੇ ਅਸੀਂ ਜਿੰਨੀ ਮਰਜ਼ੀ ਸਟੱਡੀ ਕਰ ਲਈਏ, ਪਰ ਜਿੰਨਾ ਤੂੰ ਸਾਨੂੰ ਦਿੰਦਾ ਉਹ ਸਾਡੇ ਲਈ ਕਾਫੀ ਆ, ਕਿਉਂਕਿ ਤੇਰਾ ਪਿਆਰ ਇਸ ਦੇ ਵਿੱਚ ਛੁਪਿਆ ਹੈ, ਤੇਰੀ ਦਇਆ ਇਸ ਦੇ ਵਿੱਚ ਛੁਪੀ ਹੈ, ਤੇਰਾ ਬਚਾਓ ਇਸ ਦੇ ਵਿੱਚ ਛੁਪਿਆ ਹੈ। ਸਾਡੇ ਪੈਰਾਂ ਦੀ ਤਿਲਕਣ ਤੋਂ ਅਸੀਂ ਬਚੀਏ, ਉਹ ਬਚਾਓ ਸਾਡੇ ਲਈ ਛੁਪੀ ਹੋ। ਇਸ ਦੇ ਨਾਲ ਤੂੰ ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖ। ਇਸ ਦੇ ਨਾਲ ਤੂੰ ਸਾਡਾ ਧਿਆਨ ਆਪਣੇ ਵੱਲ ਲਾ ਕੇ ਰੱਖ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਇਸ ਸਮੇਂ ਤੇ। ਇੱਕ ਵਾਰ ਫਿਰ ਮੈਂ ਪ੍ਰਭੂ ਜੀ ਆਪਣੇ ਭਰਾ ਜਗਤਾਰ ਦੇ ਖਾਨਦਾਨ ਨੂੰ ਯਾਦ ਕਰਦਾ, ਔਰ ਇਸੇ ਤਰ੍ਹਾਂ ਪ੍ਰਭੂ ਜੀ ਮੈਂ ਮਨਦੀਪ ਨੂੰ ਯਾਦ ਕਰਦਾ, ਔਰ ਉਸਦੇ ਖਾਨਦਾਨ ਨੂੰ ਯਾਦ ਕਰਦਾ, ਉਸਦੀ ਮਾਂ ਨੂੰ, ਭੈਣ ਭਰਾ ਨੂੰ ਜੋ ਆਸਟ੍ਰੇਲੀਆ ਦੇ ਵਿੱਚ ਆ, ਔਰ ਆਪਣੇ ਸਾਰੇ ਉਹਨਾਂ ਭੈਣ ਭਰਾਵਾਂ ਨੂੰ ਯਾਦ ਕਰਦਾ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਆਪਣੇ ਅਜ਼ੀਜ਼ ਗਵਾਏ ਆ, ਔਰ ਜੋ ਹਾਲੇ ਵੀ ਇਸ ਬਿਮਾਰੀ ਦੇ ਨਾਲ ਜੂਝ ਰਹੇ ਆ। ਮੇਰੇ ਪਿਆਰੇ ਪ੍ਰਭੂ, ਉਹਨਾਂ ਸਭ ਦੇ ਨਾਲ ਤੇਰੀ ਬਰਕਤ ਬਣੀ ਰਹੇ। ਜਦੋਂ ਤੱਕ ਅਸੀਂ ਦੁਆਰਾ ਮਿਲੀਏ, ਤੇਰਾ ਪਿਆਰ ਸਾਨੂੰ ਸੰਭਾਲ ਕੇ ਰੱਖੇ, ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਆਪਣੇ ਵਚਨ ਦੇ ਵਿੱਚ ਸਾਨੂੰ ਬਣਾ ਕੇ ਰੱਖੀ, ਮਸੀਹ ਯਿਸੂ ਦੇ ਮਿੱਠੇ। ਅੱਛਾ, ਮੈਂ ਤੁਹਾਨੂੰ